ਅੱਜ ਦਾ ਮੁੱਦਾ ਪ੍ਰੋਗਰਾਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅਸ਼ਮਿਤਾ ਦੀ ਜਗ੍ਹਾ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅਗਸਤ 3 ਦੀ ਪ੍ਰੈਜ਼ੀਡੈਂਟ ਟਰੰਪ ਦੇ ਮਾਰ-ਆ-ਲਾਗੋ ਰਿਜ਼ੋਰਟ ਤੇ ਜਿਹੜੀ ਰੇਡ ਹੋਈ ਸੀ ਉਸ ਨੂੰ ਲੈ ਕੇ ਜਿਹੜੀ ਲੀਗਲ ਬੈਟਲ ਚੱਲ ਰਹੀ ਹੈ ਉਸ ਦੇ ਵਿੱਚ ਅੱਜ ਕੋਰਟ ਨੇ ਇਹ ਇੱਕ ਇੰਟੈਂਟ ਜ਼ਾਹਿਰ ਕੀਤਾ ਹੈ ਕਿ ਟਰੰਪ ਨੇ ਜਿਹੜੀ ਰਿਕੁਐਸਟ ਕੀਤੀ ਹੈ ਪ੍ਰੈਜ਼ੀਡੈਂਟ ਟਰੰਪ ਨੇ ਕਿ ਇੱਕ ਸਪੈਸ਼ਲ ਮਾਸਟਰ ਜਿਹੜਾ ਹੈ ਅਪਾਇੰਟ ਕੀਤਾ ਜਾਏ। FBI ਨੇ ਜੋ ਡਾਕੂਮੈਂਟਸ ਰਿਕਵਰ ਕੀਤੇ ਜਿਹੜੇ ਉਹ ਅਲੈਜ ਕਰਦੇ ਨੇ ਕਿ ਉਹਨਾਂ ਨੇ ਉਸ ਰੇਟ ਵਿੱਚ ਰਿਕਵਰ ਕੀਤੇ ਉਹਨਾਂ ਨੂੰ ਉਸ ਮਾਸਟਰ ਦੇ ਰਾਹੀਂ ਰਿਵਿਊ ਕਰਾਇਆ ਜਾਏ। ਤੁਹਾਨੂੰ ਇਹ ਰਿਮਾਈਂਡ ਕਰਾ ਦਈਏ, ਵੈਸੇ ਰਿਮਾਈਂਡ ਕਰਾਉਣ ਦੀ ਲੋੜ ਨਹੀਂ, ਸਾਰਾ ਨੇਸ਼ਨ ਇਸ ਲਈ ਇਸ ਚੀਜ਼ ਵਿੱਚ ਬੜਾ ਜ਼ਿਆਦਾ ਟੈਂਸ ਹੈਗਾ ਕਿਉਂਕਿ ਇਹ ਇੱਕ ਬੜਾ ਅਨਪ੍ਰੈਸੀਡੈਂਟਡ ਇਵੈਂਟ ਹੈ। ਕਦੀ ਕਿਸੇ ਫਾਰਮਰ ਪ੍ਰੈਜ਼ੀਡੈਂਟ ਦੇ ਘਰ ਇੱਦਾਂ ਰੇਡ ਨਹੀਂ ਹੋਈ ਉਹ ਡਾਕੂਮੈਂਟਸ ਰਿਕਵਰ ਕਰਨ ਵਾਸਤੇ ਜੋ ਉਹ ਐਜ਼ ਅ ਪ੍ਰੈਜ਼ੀਡੈਂਟ ਆਪਣੇ ਘਰੇ ਲੈ ਗਏ ਹੋਣ। ਉਹ ਡਾਕੂਮੈਂਟਸ ਜੋ ਕਿ ਕਈ ਵਾਰ ਜੋ ਅਲੈਜ ਕੀਤਾ ਜਾਂਦਾ ਹੈ ਕਿ ਬੜੇ ਕਲਾਸੀਫਾਈਡ ਡਾਕੂਮੈਂਟਸ ਹੈਗੇ ਕਿਉਂਕਿ ਉਹ ਟੌਪ ਸੀਕ੍ਰੇਟਸ ਹੋ ਸਕਦੇ ਨੇ, ਉਹ ਯੂਜੂਅਲੀ ਜਿਹੜੇ ਪ੍ਰੈਜ਼ੀਡੈਂਟਸ ਹੁੰਦੇ ਨੇ ਕੋਈ ਵੀ ਪੋਜੀਸ਼ਨ ਆਫ ਪਾਵਰ ਤੇ ਬੈਠੇ ਪਬਲਿਕ ਆਫਿਸ ਤੇ ਬੈਠਣ ਵਾਲਾ ਜਿਹੜਾ ਬੰਦਾ ਹੈ ਉਹ ਆਪਣੀ ਟਰਮ ਖਤਮ ਹੋਣ ਤੇ ਵਾਪਸ ਕਰ ਦਿੰਦਾ ਹੈ। ਪ੍ਰੈਜ਼ੀਡੈਂਟ ਟਰੰਪ ਦੇ ਕੇਸ ਵਿੱਚ ਇਹ ਅਲੈਜ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਉਹ ਕਲਾਸੀਫਾਈਡ ਡਾਕੂਮੈਂਟਸ ਡਿਸਪਾਈਟ ਨਿਊਮਰਸ ਰਿਕੁਐਸਟ ਨੈਸ਼ਨਲ ਆਰਕਾਈਵਸ ਜਿਹੜਾ ਡਿਪਾਰਟਮੈਂਟ ਹੈ ਉਹ ਪ੍ਰੈਜ਼ੀਡੈਂਟਸ ਨੂੰ ਰਿਕੁਐਸਟ ਕਰਦਾ ਕਿ ਉਹ ਸਾਰੇ ਜਿਹੜੇ ਡਾਕੂਮੈਂਟਸ ਹਨ ਉਹ ਵਾਪਸ ਕਰ ਦਿੱਤੇ ਜਾਣ। ਨੈਸ਼ਨਲ ਆਰਕਾਈਵਸ ਇਹ ਗੱਲ ਅਲੈਜ ਕਰ ਰਿਹਾ ਕਿ ਅਸੀਂ ਪਿਛਲੇ 1 ਸਾਲ ਤੋਂ ਉਹ ਡਾਕੂਮੈਂਟਸ ਮੰਗ ਰਹੇ ਹਾਂ ਬਟ ਪ੍ਰੈਜ਼ੀਡੈਂਟ ਟਰੰਪ ਔਰ ਉਹਨਾਂ ਦੀ ਲੀਗਲ ਟੀਮ ਕਿਸੇ ਵਜ੍ਹਾ ਨਾਲ ਕੋਈ ਬਹਾਨੇ ਬਣਾ ਕੇ ਉਹ ਜਿਹੜੇ ਡਾਕੂਮੈਂਟਸ ਹਨ ਉਹਨਾਂ ਨੂੰ ਰਿਟਰਨ ਨਹੀਂ ਕਰ ਰਿਹਾ, ਉੱਥੇ ਡਿਲੇ ਕਾਜ਼ ਕਰ ਰਿਹਾ। ਇਹ ਕੁਐਸਚਨ ਰੇਡ ਤੱਕ ਤਦ ਪਹੁੰਚਿਆ ਜਦ ਜੂਨ 3 ਨੂੰ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਡਿਪਾਰਟਮੈਂਟ ਆਫ ਜਸਟਿਸ ਦੀ ਇੱਕ ਟੀਮ ਗਈ। ਉਹ ਟਰੰਪ ਦੇ ਜਿਹੜੇ ਲਾਇਰਸ ਹਨ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਰੇ ਜਿਹੜੇ ਡਾਕੂਮੈਂਟ ਸੀਗੇ ਜੋ ਪ੍ਰੈਜ਼ੀਡੈਂਟ ਟਰੰਪ ਮਾਰ-ਆ-ਲਾਗੋ ਰਿਜ਼ੋਰਟ ਤੇ ਲੈ ਕੇ ਆਏ ਸੀਗੇ ਉਹ ਵਾਪਸ ਕਰ ਦਿੱਤੇ। FBI ਨੇ ਫੀਲ ਕੀਤਾ ਕਿ ਉਹ ਸਾਰੇ ਡਾਕੂਮੈਂਟਸ ਵਾਪਸ ਨਹੀਂ ਆਏ ਕਿਉਂਕਿ ਕਈ ਕਲਾਸੀਫਾਈਡ ਡਾਕੂਮੈਂਟਸ ਜਿਹੜੇ ਸਨ ਉਹ ਮਿਸਿੰਗ ਸਨ। ਇਸ ਕਰਕੇ ਅਗਸਤ 3 ਨੂੰ ਉੱਥੇ ਰੇਡ ਕੀਤੀ ਗਈ। ਅਸੀਂ ਇਹ ਗੱਲ ਆਪਣੇ ਕਮਿਊਨਿਟੀ ਮੈਂਬਰਸ ਨੂੰ ਆਪਣੇ ਵਿਊਅਰਸ ਨੂੰ ਦੱਸ ਸਕਦੇ ਹਾਂ ਕਿਉਂਕਿ ਬਹੁਤ ਅਨਰੈਸਟ ਹੈ। ਬਹੁਤ ਲੋਕ ਇਹ ਅਲੈਜ ਕਰ ਰਹੇ ਨੇ ਕਿ ਪ੍ਰੈਜ਼ੀਡੈਂਟ ਟਰੰਪ ਨਾਲ ਬੜੀ ਅਨਫੇਅਰਲੀ ਡੀਲ ਕੀਤਾ ਜਾ ਰਿਹਾ ਹੈ। ਕਿਸੇ ਫਾਰਮਰ ਪ੍ਰੈਜ਼ੀਡੈਂਟ ਦੇ ਘਰ ਇੱਦਾਂ ਰੇਡ ਨਹੀਂ ਕੀਤੀ ਜਾਂਦੀ, ਸਿਰਫ ਉਹਨਾਂ ਨੂੰ ਅੰਬੈਰਸ ਕਰਨ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ ਔਰ ਇੰਨੀ ਵੱਡੀ ਕੋਈ ਗੱਲ ਵੀ ਨਹੀਂ ਬਿਕੋਜ਼ ਇਹ ਡਾਕੂਮੈਂਟਸ ਉਹ ਸੀਗੇ ਜੋ ਉਹ ਐਜ਼ ਪ੍ਰੈਜ਼ੀਡੈਂਟ ਆਪਣੇ ਘਰ ਲਿਜਾ ਸਕਦੇ ਸੀਗੇ ਐਂਡ ਹੀ ਵਾਸ ਕੋਆਪਰੇਟਿੰਗ। ਉਹ ਟਾਈਮ ਲਗਾ ਰਹੇ ਸੀਗੇ ਬਟ ਉਹ ਵਾਪਸ ਦੇ ਰਹੇ ਸੀਗੇ। ਜਿਵੇਂ ਅਸੀਂ ਤੁਹਾਨੂੰ ਦੱਸਿਆ ਜੂਨ 3 ਨੂੰ ਅਟਰਨੀ ਟਰੰਪ ਦੇ ਲਾਇਰਸ ਨੇ ਕਿਹਾ ਕਿ ਅਸੀਂ ਸਾਰੇ ਡਾਕੂਮੈਂਟਸ ਵਾਪਸ ਕਰ ਚੁੱਕੇ ਹਾਂ, ਸਾਡੇ ਕੋਲ ਹੁਣ ਕੁਝ ਨਹੀਂ ਹੈ। ਅਗਸਤ 3 ਨੂੰ ਜਿਹੜੀ ਰੇਡ ਕੀਤੀ ਜਾਂਦੀ ਹੈ ਅਸੀਂ ਤੁਹਾਨੂੰ ਦੱਸੀਏ ਕਿ ਇਹ ਜਿਹੜੀ ਰੇਡ ਹੈ ਇਹ ਪਰਸੂਐਂਟ ਟੂ ਵਾਰੰਟਸ ਹੁੰਦੀ ਹੈ। ਇਹ ਇਸ ਤਰ੍ਹਾਂ ਨਹੀਂ ਹੈ ਕਿ FBI ਚੱਕੇਗੀ, ਖੁਦ ਡਿਸਾਈਡ ਕਰੇਗੀ ਔਰ ਜਾ ਕੇ ਕਿਸੇ ਦੇ ਘਰ ਵਿੱਚ ਇੱਦਾਂ ਰੇਡ ਕਰ ਲੇਗੀ, ਲੈਟ ਅਲੋਨ ਅ ਫਾਰਮਰ ਪ੍ਰੈਜ਼ੀਡੈਂਟ। ਕਿਸੇ ਆਮ ਸਿਟੀਜ਼ਨ ਦੇ ਆਮ ਨਾਗਰਿਕ ਦੇ ਘਰ ਵੀ ਇੱਦਾਂ ਰੇਡ ਜਿਹੜੀ ਹੈ ਉਹ ਪੁਲਿਸ ਜਿਹੜੀ ਹੈ ਨਹੀਂ ਕਰ ਸਕਦੀ। ਇਸ ਵਾਸਤੇ ਵਾਰੰਟ ਚਾਹੀਦੇ ਹੁੰਦੇ ਨੇ। ਇਹ ਜਿਹੜੇ ਵਾਰੰਟ ਹਨ ਇਹ ਕੋਰਟ ਦਿੰਦੀ ਹੈ, ਇੱਕ ਇੰਡੀਪੈਂਡੈਂਟ ਜੁਡੀਸ਼ਰੀ ਫੈਡਰਲ ਕੋਰਟ ਨੇ ਇਹ ਵਾਰੰਟ ਦਿੱਤੇ ਨੇ ਔਰ ਇਸ ਵਾਰੰਟ ਨੂੰ ਓਬਟੇਨ ਕਰਨ ਵਾਸਤੇ FBI ਨੂੰ ਇੱਕ ਐਫੀਡੇਵਿਟ ਦੇਣਾ ਪੈਂਦਾ ਹੈ। ਉਹ ਇੱਕ ਬਹੁਤ ਜ਼ਿਆਦਾ ਡਿਟੇਲਡ ਐਫੀਡੇਵਿਟ ਹੁੰਦਾ ਹੈ। ਉਸ ਐਫੀਡੇਵਿਟ ਵਿੱਚ ਅਗਰ ਇੱਕ ਜੱਜ ਜਿਹੜਾ ਹੈ ਉਹ ਕਨਵਿੰਸ ਨਾ ਹੋਏ ਕਿ ਇੱਕ ਐਵੀਡੈਂਸ ਹੈਗਾ ਕਿ ਕੋਈ ਕ੍ਰਾਈਮ ਹੋਇਆ ਤੇ ਨਾਲੇ ਜਿਸ ਜਗ੍ਹਾ ਦਾ ਉਹ ਮੰਗਦੇ ਪਏ ਵਾਰੰਟ, ਜਿਸ ਜਗ੍ਹਾ ਦੀ ਸਰਚ ਲਈ, ਉੱਥੇ ਇਹ ਬਹੁਤ ਸਟਰੋਂਗ ਚਾਂਸ ਹੈਗਾ ਕਿ ਬੜਾ ਲਾਈਕਲੀਹੁਡ ਹੈ ਕਿ ਉੱਥੇ ਉਸ ਕ੍ਰਾਈਮ ਦਾ ਐਵੀਡੈਂਸ ਮਿਲੇਗਾ। ਇੱਕ ਜੱਜ, ਇੰਡੀਪੈਂਡੈਂਟ ਜੱਜ, ਜਦ ਤੱਕ ਕਨਵਿੰਸ ਨਾ ਹੋਏ ਕਿ ਕ੍ਰਾਈਮ ਹੋਇਆ ਔਰ ਉਸ ਕ੍ਰਾਈਮ ਦਾ ਐਵੀਡੈਂਸ ਜਿਹੜਾ ਹੈ ਉਹ ਉਸ ਜਗ੍ਹਾ ਤੇ ਜਿੱਥੇ ਦੀ ਵਾਰੰਟ ਮੰਗਿਆ ਜਾ ਰਿਹਾ ਉੱਥੇ ਦੀ ਸਰਚ ਤੋਂ ਨਹੀਂ ਮਿਲੇਗਾ ਜਾਂ ਉੱਥੇ ਮਿਲੇਗਾ ਤਾਂ ਹੀ ਜਿਹੜੇ ਇੱਕ ਜੱਜ ਹਨ ਉਹ ਵਾਰੰਟ ਇਸ਼ੂ ਕਰ ਦੇਣ। ਇਸ ਕੇਸ ਵਿੱਚ ਟਰੰਪ ਦੀ ਟੀਮ ਇਹ ਕਹਿ ਰਹੀ ਹੈ
कि बई सानू ये जिहड़ा रेड है ये अनकॉल्ड फॉर सी, इलीगल सी, अननैसेसरी सी। पहली गल ये ਜਿਹੜੇ इल्ज़ाम प्रेजिडेंट ट्रंप ते अलैज हो रहे हैं, कई लोग ये कहते हैं कि कोई इन्नी सीरीयस गल नहीं है, वो कंपेयर करते हैं कि हिलरी क्लिंटन को इन्नी ईमेल सीगियां। कई लोग फॉल्सली ये भी अलैज करते हैं कि भाई प्रेजिडेंट ओबामा जेडे वो काफ़ी सारे डॉकूमेंट्स जेडे वो अपनी शिकागो में जी उन्होंने प्रेजिडेंशियल लाइब्रेरी है उत्थे लै गए। प्रेजिडेंट ट्रंप नू डिफरेंट क्यों ट्रीट किया जा रहा है? असी तुहानू ये दसीए कि जिन एलीगेशनस नू इट्स लाइकली प्रेजिडेंट ट्रंप के उपर अलैज किया जा रहा है, उन्होंने कुछ ऐसे एलीगेशनस है जिन्हों वास्ते प्रेजिडेंट ट्रंप आप दो डिफरेंट बंदे, तुहानू याद होना एडवर्ड स्नोडन एंड जूलियन असांज, सेम जी उन्होंने उपर एलीगेशन लग रही है उस वास्ते डेथ पेनल्टी डिमांड करते सीगे। ये इन्ने सीरीयस एलीगेशनस है। नैशनल डिफेंस इंफॉर्मेशन की जी लीकेज है उसके परटेनिंग जो डॉकूमेंट्स हैं उन्होंने प्रॉपरली हैंडल नहीं करना, उन्होंने कंसील करना या उन्होंने किधरे शेयर करना या रिटर्न नहीं करना उस अथॉरिटी नू जिसको लोग बिलोंग करते हैं एक बड़ा सीरीयस ऑफेंस है, एक बड़ा सीरीयस क्राइम है जो कि आपां इसलिए वी डोंट नो क्योंकि हाली कोई फॉर्मल जो चार्जिज हैं वो फाइल नहीं होए। इस करके असी डेफिनेट नहीं कह सकते कि की चार्जिज प्रेजिडेंट ट्रंप ते अलैज किए जा रहे हैं, बट इट अपेयर्स कि वो जे सीरीयस चार्जिज जोड़े वो इस केस में प्रेजिडेंट ट्रंप उपर लगते पे। असी तुहानू एक गल ये भी कह दिए कि इस बार सिचुएशन डिफरेंट है। कई लोग ये कहते हैं कि बई रशियन प्रोब विच भी इदा ही गल हुई सीगी, कोई फाइनली कुछ निकलिया नहीं, प्रेजिडेंट ट्रंप नू किसी ने इंडाइट नहीं किया, तब भी बड़ा शोर पाया गया। तुहानू दस दिए कि जी म्यूलर रिपोर्ट सी उसदे विच आ नहीं किया गया कि प्रेजिडेंट ट्रंप डिड नॉट डू एनीथिंग रॉन्ग। उसदे ये गल उन्होंने स्पेशली कही कि अगर इफ ही हैड नॉट डन एनीथिंग रॉन्ग वी वुड हैव सेड सो। उसदे विच ये किया गया कि DOJ का एक मेमो है विच सेज कि अ सिटिंग प्रेजिडेंट कैन नॉट बी इंडाइटेड, कि जो एक सिटिंग प्रेजिडेंट है उसके ऊपर फॉर्मल चार्जेस नहीं लगाए जा सकते, क्रिमिनल केस नहीं चलाया जा सकता। इस वेले प्रेजिडेंट ट्रंप एक सिटिंग प्रेजिडेंट नहीं है, वो एक फॉर्मल प्रेजिडेंट है। इस करके ये जी सिचुएशन है ये काफ़ी सीरीयस है, काफ़ी ग्रिम है। जिथे तक ये एलीगेशन लगती है कि ये सब एक प्रोपोगंडा है, प्रेजिडेंट ट्रंप नू विक्टिमाइज किया जा रहा है, बैड लाइट इज दसन की कोशिश की जा रही है क्योंकि वो 2024 इलैक्शन लड़ने की कोशिश कर रहे हैं, करन दी उन्होंने इच्छा जाहिर की है एंड वी बिलीव दैट ही माइट। साडा ये जानना भी जरूरी है कि अगस्त 3 नू जिस दिन रेड हुई है FBI ने किसी पब्लिक नू नहीं दसिया कि वो रेड कर रहे हैं। वो उत्थे FBI की यूनीफॉर्म विच भी नहीं गए, वो मारालागा रिजॉर्ट के जेडे इंप्लॉयज़ हैं उन्हों की यूनीफॉर्म पा के, ताकि किसी को पता भी ना चले कि ये रेड हुई है और उथों कुछ डॉक्यूमेंट्स रिकवर किए गए। वो गए और जो जो उन्होंने रिकवरी करनी सी और रिकवरी करके चुपचाप वापस आ गए। अगर सारी दुनिया नू इस रेड के बारे पता चलिया है वो प्रेजिडेंट ट्रंप ने आप दसिया है, वो सारी जगह उन्होंने ये किया कि आई हैव बीन विक्टिमाइज, मेरे घर ये रेड हुई है एंड देन यू नो हाउ द स्टॉर्म हैज़ ग्रोन। हाली ये सिचुएशन क्लोजली फॉलो हो रही है, सिचुएशन ग्रिम है। इस दे विच की डेवलपमेंट होंदी है तुहानू दसदे रहांगे। जिवें तुहानू मैं शुरू विच दस्सिया कि प्रेजिडेंट ट्रंप ने ये डिमांड की सीगी कि एक इंडिपेंडेंट मैस्टर जिहड़ा अपॉइंट किया जाए जो ये दसे कि किहड़े डॉक्यूमेंट्स उथों लभे और रिव्यू करे, क्योंकि वो अलैज करते हैं कि हो सकता है FBI ने कुछ डॉक्यूमेंट्स आप प्लांट किए। प्रेजिडेंट ट्रंप की एक होर डिफिकल्टी हमेशा रही है, वो जाने अनजाने में कई चीज़ां एडमिट कर जाते हैं। जिवें एक उन्होंने डिफेंस हो सकता सीगा कि कुछ डॉक्यूमेंट्स उत्थे नहीं पाए गए या उत्थे ही कुड हैव सेड कि ए प्लांट किए गए, बट प्रेजिडेंट ट्रंप ने खुद किया है कि भाई कुछ ऐसे डॉक्यूमेंट्स हैं जेडे मैं डी क्लासीफाई किए। इसका मतलब ये है फर्स्ट वो एडमिट करते पे कि वो डॉक्यूमेंट्स उत्थे सीगे। एक गल बाद ही आती है कि क्या उन्होंने कोल वो अथॉरिटी सी उन्होंने डी क्लासीफाई करने दी। उसके अलावा प्रेजिडेंट ट्रंप के एक लॉयर ने यह गल कही है, असं तुहानू दसीए कुछ फोटोग्राफ्स शेयर की गई हैं, कुछ डॉक्यूमेंट जिन्हों पर टॉप सीक्रेट लिखा हुआ है।
ਪ੍ਰੈਜ਼ੀਡੈਂਟ ਟਰੰਪ ਦੇ ਇੱਕ ਲਾਇਰ ਨੇ ਕਿਹਾ ਕਿ ਮੈਂ ਉਹਨਾਂ ਦੇ ਆਫਿਸ ਵਿੱਚ ਕਈ ਵਾਰ ਗਈ ਹਾਂ, ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਡਾਕੂਮੈਂਟਸ ਹੁੰਦੇ ਨੇ, ਟੌਪ ਸੀਕ੍ਰੇਟ ਡਾਕੂਮੈਂਟਸ ਹੁੰਦੇ ਨੇ, ਉਹ ਇੱਦਾਂ ਓਪਨਲੀ ਫਲੋਰ 'ਤੇ ਨਹੀਂ ਰੱਖਦੇ। ਅਸੀਂ ਤੁਹਾਨੂੰ ਪਤਾ ਕਿ ਉਸ ਆਫਿਸ ਵਿੱਚ ਉਹ ਡਾਕੂਮੈਂਟਸ ਹੁੰਦੇ ਨੇ। ਅਗੇਨ ਉਹ ਕਹਿ ਰਹੇ ਨੇ ਕਿ ਮੈਂ ਆਫਿਸ 'ਤੇ ਜਾਂਦੀ ਹਾਂ, ਉੱਥੇ ਮੈਂ ਡਾਕੂਮੈਂਟਸ ਦੇਖੇ, ਬਾਕਸਿਸ ਦੇਖੇ ਜਿਹਨਾਂ ਉੱਪਰ ਟੌਪ ਸੀਕ੍ਰੇਟ ਲਿਖਿਆ ਹੈ, ਔਰ ਇਹ ਸਭ ਵੀ ਸਾਡੇ ਸਭ ਦੀ ਨੌਲੇਜ ਵਿੱਚ ਹੈ, ਇਟਸ ਪਬਲਿਕ ਨੌਲੇਜ ਕਿ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਮਾਰ-ਆ-ਲਾਗੋ ਦਾ ਆਫਿਸ ਹੈ, ਉਸਦੇ ਕਈ ਕਿਸਮ ਦੇ ਵਿਜ਼ਿਟਰਸ, ਕਈ ਕਿਸਮ ਦੇ ਗੈਸਟ, ਜਿਸ ਦੇ ਫੋਰਨ ਅੰਬੈਸਡਰਸ, ਚਾਈਨੀਜ਼ ਸਪਾਈਜ਼, ਆਈ ਡੋਂਟ ਨੋ ਹੂ, ਕਈ ਲੋਕ ਉੱਥੇ ਆਉਂਦੇ ਨੇ। ਇਹ ਅਗੇਨ ਇਟਸੈਲਫ ਉਹਨਾਂ ਵਾਸਤੇ ਇਸ਼ੂ ਬਣਿਆ। ਜਿਹੜਾ ਮੈਟਰ ਹੈ ਉਹ ਸਬ ਜੁਡਿਸ ਹੈ, ਕੋਰਟ ਦੇ ਅੱਗੇ ਹੈ। ਕਿਵੇਂ ਅੱਗੇ ਇਹਦੇ 'ਚ ਕਾਰਵਾਈ ਹੈਗੀ ਅਸੀਂ ਫੋਲੋ ਕਰਾਂਗੇ, ਤੁਹਾਡੇ ਅੱਗੇ ਇਸ ਦੀ ਕੰਪਲੀਟ ਇਨਫੋਰਮੇਸ਼ਨ ਲੈ ਕੇ ਆਵਾਂਗੇ। ਅੱਜ ਦਾ ਜਿਹੜਾ ਉੱਥੇ ਪ੍ਰੋਸੀਡਿੰਗ ਸੀਗੀ ਉਸ ਦੇ ਵਿੱਚ ਜੱਜ ਨੇ ਇਨਕਲੀਨੇਸ਼ਨ ਦੱਸੀ ਹੈ ਕਿ ਸ਼ਾਇਦ ਉਹ ਇੱਕ ਇੰਡੀਪੈਂਡੈਂਟ ਜਿਹੜਾ ਮਾਸਟਰ ਹੈਗਾ ਉਸ ਨੂੰ ਅਪਾਇੰਟ ਕਰਨ, ਬਟ ਜਿਵੇਂ ਜਿਵੇਂ ਡਿਵੈਲਪਮੈਂਟ ਹੁੰਦੀ ਰਹੇਗੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ। ਅੱਜ ਅਸੀਂ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਰੀਡਿਸਟ੍ਰਿਕਟਿੰਗ ਦਾ, ਉਸ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ। ਸਾਡੇ ਕੋਲ ਇੱਕ ਬੜੇ ਸਪੈਸ਼ਲ ਗੈਸਟ ਹੈਗੇ ਹਰਪ੍ਰੀਤ ਸਿੰਘ ਤੂਰ ਜੀ, ਜਿਹੜੇ ਬੜੇ ਕਲੋਜ਼ਲੀ ਇਨਵੋਲਵਡ ਹੈਗੇ ਰੀਡਿਸਟ੍ਰਿਕਟਿੰਗ ਦੇ ਇਸ਼ੂ ਨਾਲ, ਸੈਂਸਸ ਦੇ ਇਸ਼ੂ ਨਾਲ, ਸਿੱਖਾਂ ਦੀ, ਪੰਜਾਬੀਆਂ ਦੀ ਜਿਹੜੀ ਸਾਊਥ ਏਸ਼ੀਅਨਸ ਦੀ ਪੋਲਿਟਿਕਸ ਹੈਗੀ ਨਿਊਯਾਰਕ ਵਿੱਚ, ਉਸ ਦੇ ਨਾਲ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਬ੍ਰੇਕ ਦੇ ਉਸ ਪਾਰ। ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ। ਅੱਜ ਦਾ ਮੁੱਦਾ ਪ੍ਰੋਗਰਾਮ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਆਸ਼ਮੀਤਾ ਦੀ ਜਗ੍ਹਾ ਮੈਂ ਅੱਜ ਤੁਹਾਡਾ ਹੋਸਟ ਹਰਜੋਤ ਸਿੰਘ। ਅਸੀਂ ਇਸ ਮੁਲਕ ਦੀ ਪੋਲਿਟਿਕਸ ਵਿੱਚ ਹੁਣ ਐਂਟਰ ਹੋ ਰਹੇ ਹਾਂ। ਸਾਡੇ ਕੈਂਡੀਡੇਟਸ ਇਲੈਕਸ਼ਨਸ ਲੜ ਰਹੇ ਨੇ, ਸਾਡੇ ਕਮਿਊਨਿਟੀ ਮੈਂਬਰਸ ਵੋਟ ਵੀ ਪਾ ਰਹੇ ਨੇ, ਆਪਣੇ ਕੈਂਡੀਡੇਟਸ ਨੂੰ ਸਪੋਰਟ ਵੀ ਕਰ ਰਹੇ, ਨਾਲ ਆ ਕੇ ਖੜੇ ਹੋ ਰਹੇ ਨੇ। ਬਟ ਅਸੀਂ ਇਹ ਚੀਜ਼ ਸਿੱਖ ਰਹੇ ਹਾਂ ਐਜ਼ ਵੀ ਗੋ ਅਲੋਂਗ ਕਿ ਕੁਝ ਬੇਸਿਕਸ ਹੈਗੇ ਵਿਚ ਵੀ ਨੀਡ ਟੂ ਅੰਡਰਸਟੈਂਡ, ਜਿਹੜੇ ਸਾਨੂੰ ਸਮਝਣ ਦੀ ਲੋੜ ਹੈ ਔਰ ਉਹਨਾਂ 'ਤੇ ਕੰਮ ਕਰਨ ਦੀ ਲੋੜ ਹੈ ਬਿਫੋਰ ਵੀ ਸੀ ਐਨੀ ਐਕਚੁਅਲ ਗੇਨਸ। ਇਸ ਤੋਂ ਪਹਿਲਾਂ ਕਿ ਅਸੀਂ ਐਕਚੁਅਲ ਰਿਜ਼ਲਟਸ ਦੇਖੀਏ, ਸਕਸੈਸਿਸ ਦੇਖੀਏ, ਸਾਨੂੰ ਕੁਝ ਬੇਸਿਕਸ ਸਮਝਣ ਦੀ ਲੋੜ ਹੈ। ਔਰ ਉਨ ਬੇਸਿਕਸ ਵਿੱਚ ਇੱਕ ਬਹੁਤ ਜਿਹੜੀ ਬੇਸਿਕ ਗੱਲ ਆਉਂਦੀ ਹੈ ਉਹ ਆਉਂਦੀ ਹੈ ਡਿਸਟ੍ਰਿਕਟ ਦੀ। ਹਰ 10 ਸਾਲ ਵਿੱਚ US ਵਿੱਚ ਸੈਂਸਸ ਹੁੰਦਾ ਹੈ ਔਰ ਉਸ ਸੈਂਸਸ ਦੇ ਬਾਅਦ ਰੀਡਿਸਟ੍ਰਿਕਟਿੰਗ ਕੀਤੀ ਜਾਂਦੀ ਹੈ। ਕਿਸੇ ਵੀ ਕਮਿਊਨਿਟੀ ਵਿੱਚ ਆਪਾਂ 3 ਕਿਸਮ ਦੇ ਡਿਸਟ੍ਰਿਕਟਸ ਦੇਖਦੇ ਹਾਂ। ਇੱਕ ਜਿਹੜੇ ਮੈਂ ਪੋਲੀਟੀਕਲ ਡਿਸਟ੍ਰਿਕਟਸ ਦੀ ਗੱਲ ਕਰ ਰਿਹਾ, ਤੁਹਾਡੀ ਲੈਜਿਸਲੇਟਿਵ ਡਿਸਟ੍ਰਿਕਟਸ, ਇੱਕ ਤੇ ਜਿੱਥੇ ਤੁਸੀਂ ਰਹਿੰਦੇ ਹੋ, ਤੁਹਾਡੇ ਜਿਓਗ੍ਰਾਫੀਕਲ ਮੈਪਸ ਹੈਗੇ ਉਹ ਡਿਫਰੈਂਟ ਹੈਗੇ, ਬਟ ਸਟੇਟ ਲੈਵਲ 'ਤੇ ਔਰ ਫੈਡਰਲ ਲੈਵਲ 'ਤੇ ਡਿਸਟ੍ਰਿਕਟਸ ਹੁੰਦੀਆਂ ਨੇ। ਇੱਕ ਕਾਂਗਰੈਸ਼ਨਲ ਡਿਸਟ੍ਰਿਕਟਸ ਹੁੰਦੀਆਂ ਨੇ ਜਿਹੜੀ ਤੁਹਾਡੀ ਪੋਪੂਲੇਸ਼ਨ ਦੇ ਬੇਸਡ ਹੁੰਦੀਆਂ ਨੇ। ਤੁਸੀਂ ਦੇਖਿਆ ਹਰ ਸਟੇਟ ਦੇ ਡਿਫਰੈਂਟ ਨੰਬਰਸ ਹੁੰਦੇ ਨੇ, ਕੁਝ ਸਟੇਟ 'ਚ ਜ਼ਿਆਦਾ ਹੁੰਦੀਆਂ ਨੇ, ਕੁਝ ਸਟੇਟ 'ਚ ਘੱਟ ਹੁੰਦੀਆਂ ਨੇ, ਕਿਉਂਕਿ ਜਿਹੜੀ ਪੋਪੂਲੇਸ਼ਨ ਹੈਗੀ ਹੈ ਉਹ ਸਟੇਟ ਦੀ ਡਿਫਰੈਂਟ ਹੁੰਦੀ ਹੈ। ਔਰ ਉਹ ਜਿਵੇਂ ਜਿਵੇਂ 10 ਸਾਲਾਂ ਵਿੱਚ ਅਸੀਂ ਦੇਖਦੇ ਹਾਂ ਕਿ ਪੋਪੂਲੇਸ਼ਨ ਬਦਲਦੀ ਹੈ, ਉੱਦਾਂ ਹੀ ਉਹ ਜਿਹੜੀ ਡਿਸਟ੍ਰਿਕਟਸ ਹੈਗੀਆਂ ਉਹ ਵੀ ਘੱਟਦੀ ਔਰ ਵੱਧਦੀਆਂ। ਜਿਵੇਂ ਕਿ 2020 ਦੇ ਸੈਂਸਸ ਤੋਂ ਪਹਿਲੇ ਨਿਊਯਾਰਕ ਵਿੱਚ 27 ਕਾਂਗਰੈਸ਼ਨਲ ਡਿਸਟ੍ਰਿਕਟ ਸੀਗੀਆਂ। 2020 ਦੇ ਸੈਂਸਸ ਦੇ ਬਾਅਦ, ਔਰ ਹਰਪ੍ਰੀਤ ਸਿੰਘ ਜੀ ਸਾਨੂੰ ਇਸ ਦੇ ਬਾਰੇ ਜ਼ਿਆਦਾ ਦੱਸ ਸਕਦੇ ਹਨ, ਸਾਡੀ ਇੱਕ ਕਾਂਗਰੈਸ਼ਨਲ ਡਿਸਟ੍ਰਿਕਟ ਹੈ ਉਹ ਘੱਟ ਹੋ ਗਈ ਅਤੇ ਹੁਣ 26 ਡਿਸਟ੍ਰਿਕਟਸ ਰਹਿ ਗਈਆਂ। ਉਨ ਕਾਂਗਰੈਸ਼ਨਲ ਡਿਸਟ੍ਰਿਕਟਸ ਦੇ ਇਲਾਵਾ ਸਾਡੇ ਕੋਲ ਹੁੰਦੀਆਂ ਸੈਨੇਟ ਦੀ ਡਿਸਟ੍ਰਿਕਟਸ, ਸਟੇਟ ਦੀ ਅਸੈਂਬਲੀ ਦੇ ਡਿਸਟ੍ਰਿਕਟਸ ਔਰ ਲੋਕਲ ਡਿਸਟ੍ਰਿਕਟ, ਜਿਸ ਤਰ੍ਹਾਂ ਕਿ ਨਿਊਯਾਰਕ ਸਿਟੀ ਕਾਊਂਸਲ ਹੈ ਉਸ ਦੀ ਆਪਣੀ 51 ਡਿਸਟ੍ਰਿਕਟਸ ਹੈਗੀਆਂ। ਰੀਡਿਸਟ੍ਰਿਕਟਿੰਗ ਇੱਕ ਐਸਾ ਪ੍ਰੋਸੈਸ ਹੈ ਜੋ ਹਰ 10 ਸਾਲ ਦੇ ਬਾਅਦ ਡਿਸਟ੍ਰਿਕਟਸ ਚੇਂਜ ਹੁੰਦੀਆਂ ਨੇ। ਉਨ ਡਿਸਟ੍ਰਿਕਟਸ ਦੇ ਵਧਦੇ ਹੋਏ ਪੋਪੂਲੇਸ਼ਨ ਨੂੰ ਦੇਖ ਕੇ, ਡੈਮੋਗ੍ਰਾਫਿਕਸ ਨੂੰ ਬਦਲਦਾ ਦੇਖ ਕੇ, ਔਰ ਇਹ ਬੜਾ ਇੰਪੋਰਟੈਂਟ ਹੈ ਕਿ ਅਸੀਂ ਸਮਝੀਏ ਕਿ ਇਹ ਜਿਹੜੀ ਡਿਸਟ੍ਰਿਕਟ ਹੈ ਇਹ ਰੀਡਿਸਟ੍ਰਿਕਟਿੰਗ ਕਿਵੇਂ ਕੀਤੀ ਜਾਂਦੀ ਹੈ, ਕਿਉਂਕਿ ਜਦ ਤੱਕ ਆਪਾਂ ਆਪਣੀ ਡਿਸਟ੍ਰਿਕਟ ਨੂੰ ਸਮਝਾਂਗੇ ਨਹੀਂ ਅਸੀਂ ਉਸ ਡਿਸਟ੍ਰਿਕਟ ਵਿੱਚ ਜਿੱਤ ਹਾਸਿਲ ਨਹੀਂ ਕਰ ਸਕਦੇ। ਅੱਜ ਇਸ ਰੀਡਿਸਟ੍ਰਿਕਟਿੰਗ ਦੇ ਪ੍ਰੋਸੈਸ ਨੂੰ ਸਮਝਣ ਵਾਸਤੇ ਅਸੀਂ ਇਨਵਾਈਟ ਕੀਤਾ ਸਕਾਈਪ ਦੇ ਰਾਹੀਂ ਹਰਪ੍ਰੀਤ ਸਿੰਘ ਤੂਰ ਜੀ ਨੂੰ। ਹਰਪ੍ਰੀਤ ਜੀ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ। ਸਾਡੇ ਸਾਰੇ ਵਿਊਅਰਸ, ਸਾਰੀ ਕਮਿਊਨਿਟੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਉਹ ਸਾਡੇ ਇੱਕ ਬੜੇ ਸੀਨੀਅਰ ਪੋਲੀਟੀਕਲ ਲੀਡਰ ਹੈਗੇ, ਸਿੱਖ ਕਮਿਊਨਿਟੀ ਦੇ ਲੀਡਰ ਹੈਗੇ, ਸਾਰੀ ਪੰਜਾਬੀ ਕਮਿਊਨਿਟੀ ਦੇ ਲੀਡਰ ਹੈਗੇ। ਆਪ ਕਈ ਇਲੈਕਸ਼ਨ ਵਿੱਚ ਕੈਂਡੀਡੇਟ ਰਹਿ ਚੁੱਕੇ ਨੇ। ਰੀਸੈਂਟਲੀ ਉਹ ਸਿਟੀ ਕਾਊਂਸਲ ਦੇ ਕੈਂਡੀਡੇਟ ਸੀਗੇ ਲਾਸਟ ਈਅਰ,
ਨਿਊਯਾਰਕ ਸਿਟੀ ਕਾਉਂਸਲ। ਹਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਹਰਜੋਤ ਜੀ, ਐਂਡ ਥੈਂਕਸ ਫਾਰ ਜਸਟ ਪੰਜਾਬੀ, ਐਂਡ ਬਹੁਤ ਬਹੁਤ ਮਿਹਰਬਾਨੀ ਵੀ ਤੁਸੀਂ ਇਹ ਟੌਪਿਕ ਹੈ ਜਿਹੜਾ ਲਿਆਂਦਾ ਹੈਗਾ। ਔਰ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂਸ਼ਨ ਕਰਨੀ ਚਾਹਾਂਗਾ ਜੀ ਕਿ 2010 ਦੀ ਇਲੈਕਸ਼ਨ ਦੇ ਵਿੱਚ ਈਸਟ ਕੋਸਟ ਦੇ ਉੱਤੇ ਪਹਿਲਾ ਸਰਦਾਰ ਪੱਗ ਦਾੜੀ ਕੇਸ ਵਾਲਾ ਜਿਹੜਾ ਜਨਰਲ ਇਲੈਕਸ਼ਨ ਚ ਰਨ ਕੀਤਾ, ਪ੍ਰਾਇਮਰੀ ਚ ਨਹੀਂ, ਜਨਰਲ ਇਲੈਕਸ਼ਨ ਚ, ਜੀ ਉਹ ਮੈਂ ਸੀਗਾ। ਅੱਛਾ ਫਰੋਮ ਡਿਸਟ੍ਰਿਕਟ ਸਿਟੀ ਕੌਂਸਲ ਡਿਸਟ੍ਰਿਕਟ 28। ਔਰ ਉਹਦਾ ਜਿਹੜਾ ਕਾਰਨ ਸੀ, ਇਹੀ ਕਾਰਨ ਸੀ ਜਿਹੜਾ ਅੱਜ ਆਪਾਂ ਡਿਸਕਸ ਕਰ ਰਹੇ ਹੈਗੇ ਆ ਜੀ। ਪਈ ਗਰਾਊਂਡ ਤਿਆਰ ਕਰਨੀ ਪੈਂਦੀ ਹੈ। ਜਿੱਦਾਂ ਨਾ ਕਿਸਾਨ ਆ, ਉਹ ਬੀਜਣ ਤੋਂ ਪਹਿਲਾਂ ਜ਼ਮੀਨ ਤਿਆਰ ਕਰਨੀ ਪੈਂਦੀ ਹੈ ਤੁਹਾਨੂੰ। ਜੀ ਜੀ ਠੀਕ ਹੈ ਜੀ। ਹਲ ਬਾਉਂਦੇ ਆ, ਸੁਹਾਗਾ ਫੇਰਦੇ, ਫੇਰ ਹਲ ਬਾਉਂਦੇ, ਫੇਰ ਸੁਹਾਗਾ ਫੇਰਦੇ, ਫੇਰ ਹਲ ਬਾਉਂਦੇ ਆ। ਇਸੇ ਤਰ੍ਹਾਂ ਹੀ ਸਾਡੀ ਵਿਜ਼ੀਬਿਲਟੀ ਆ ਜਿਹੜੀ ਐਜ਼ ਏ ਕਮਿਊਨਿਟੀ, ਨਾਟ ਐਜ਼ ਏ ਸਿੱਖ ਬਟ ਐਜ਼ ਏ ਕਮਿਊਨਿਟੀ, ਵੀ ਅਸੀਂ ਇੱਥੇ ਆਏ ਹਾਂ, ਅਸੀਂ ਇੱਥੇ ਰਹਿਣਾ, ਸਾਡਾ ਇਹ ਮੁਲਕ ਉਨਾ ਹੀ ਆ ਜਿੰਨਾ ਕਿਸੇ ਹੋਰ ਦਾ ਆ। ਔਰ ਉਸ ਦੇ ਵਿੱਚ ਅਸੀਂ ਕੁਛ ਇੱਕ ਚੀਜ਼ਾਂ ਜਿਹੜੀਆਂ ਉਦੋਂ 2010 ਦੇ ਵਿੱਚ ਅਸੀਂ ਜਿਹੜਾ ਵਿਜ਼ਨ ਅਸੀਂ ਰੱਖਿਆ ਸੀ, ਅਸੀਂ ਉਸ ਵਿਜ਼ਨ ਤੋਂ ਐਕਚੁਅਲੀ ਅੱਗੇ ਆ ਅੱਜ ਦੀ ਡੇਟ 'ਚ ਜੀ। ਜੋ ਉਸ ਵੇਲੇ ਜਦ ਰੀਡਿਸਟ੍ਰਿਕਟਿੰਗ ਹੋਈ ਸੀ, ਉਹਦੇ ਵਿੱਚ ਅਸੀਂ ਨਾ ਕਮਿਊਨਿਟੀ ਆਫ ਇੰਟਰਸਟ ਹੈ ਜਿਹੜਾ ਪਹਿਲਾਂ ਵੀ ਡਿਸਕਸ ਕੀਤਾ ਸੀ, ਤੇ ਕਮਿਊਨਿਟੀ ਆਫ ਇੰਟਰਸਟ ਦੇਖੀ ਸੀ ਤੇ ਕਮਿਊਨਿਟੀ ਆ ਗਰੋ ਕਿੱਦਾਂ ਹੋਣੀ ਤੇ ਕਿੱਥੇ ਹੋਣੀ ਹੈਗੀ ਆ ਅੱਜ ਦੀ ਡੇਟ ਦੇ ਵਿੱਚ। ਜਿਵੇਂ ਕਿ ਅਗੇਨ ਫਾਰ ਐਨ ਐਗਜ਼ਾਮਪਲ, ਰਿਚਮੰਡ ਹਿੱਲ ਆਪਣਾ ਗੜ੍ਹ ਆ ਜੀ, ਪਰ ਰਿਚਮੰਡ ਹਿੱਲ ਤੋਂ ਪੋਪੂਲੇਸ਼ਨ ਸ਼ਿਫਟ ਹੋ ਰਹੀ ਆ ਫਾਰ ਐਗਜ਼ਾਮਪਲ ਹਿਕਸਵਿਲ ਜੀ। ਠੀਕ ਹੈ ਜੀ। ਇੱਥੇ ਵਿਦਨ ਸਿਟੀ ਵੈਨਵਿਕ ਆ ਜਿਹੜਾ, ਇਟਸ ਏ ਕਾਈਂਡ ਆਫ ਲਾਈਕ ਏ ਕੱਟ ਆਫ ਏਰੀਆ। ਜਿਹੜੇ ਕਈ ਬੰਦੇ ਆ ਜਿਹੜੇ ਉਹ ਕਹਿੰਦੇ ਜੀ ਵੈਨਵਿਕ ਤੋਂ ਸਾਨੂੰ ਜਿਹੜਾ ਡਿਸਟ੍ਰਿਕਟ ਆ ਉਹ ਵੈਨਵਿਕ ਤੋਂ ਵੈਸਟ ਵੱਲ ਨੂੰ ਦੇ ਦਿਓ, ਜਦ ਕਿ ਉਹਦੇ ਨਾਲ ਨਾ ਫਿਰ ਅਸੀਂ ਉਹ ਕਮਿਊਨਿਟੀ ਆਫ ਇੰਟਰਸਟ ਆ ਜਿਹੜਾ ਉਹਨੂੰ ਡਿਲਿਊਟ ਕਰ ਦਿੰਦੇ ਆ ਜੀ। ਪਰ ਸਾਨੂੰ ਇਸ ਚੀਜ਼ ਦਾ ਪਤਾ ਪਈ ਈਸਟ ਆਫ ਵੈਨਵਿਕ ਆ ਸਾਡੇ ਲੋਕੀ ਮੂਵ ਹੋਣੇ ਸ਼ੁਰੂ ਹੋ ਗਏ ਆ। ਆਪਣੇ ਲੋਕੀ ਮਕਾਨ ਬਾਏ ਕਰ ਰਹੇ ਆ, ਉੱਥੇ ਰਹਿ ਰਹੇ, ਉਹਨਾਂ ਦੀਆਂ ਫੈਮਲੀਜ਼ ਰਹਿ ਰਹੀਆਂ, ਉਹਨਾਂ ਦੇ ਨਿਆਣੇ ਉੱਥੇ ਸਕੂਲਾਂ ਦੇ ਵਿੱਚ ਜਾ ਰਹੇ ਆ। ਕਹਿਣ ਦਾ ਮਤਲਬ ਇਹ ਆ ਵੀ ਅੱਜ ਤੋਂ 4 ਸਾਲ ਬਾਅਦ ਜੇ ਉਹ ਏਰੀਆ ਜਿਹੜੀਆਂ ਈਸਟ ਆਫ ਵੈਨਵਿਕ ਸਟਰੀਟਸ ਹੈਗੀਆਂ ਤੇ ਵੈਸਟ ਆਫ ਵੈਨਵਿਕ ਸਟਰੀਟਸ ਆ, ਜੇ ਇੱਕ ਏਰੀਆ ਦੇ ਵਿੱਚ ਰਹਿੰਦੀ ਹੈ ਜਿਹਦੇ ਵਿੱਚ ਰਾਈਟ ਨਾਓ ਵੀ ਮੇ ਨਾਟ ਬੀ ਇਨ ਮੈਜੋਰਟੀ, ਪਰ 4 ਸਾਲਾਂ ਦੇ ਵਿੱਚ ਸਾਡੀਆਂ ਫੈਮਲੀਜ਼ ਨੇ ਕਿੱਦਾਂ ਗਰੋ ਹੋਣਾ ਔਰ ਸਾਡੀ ਪੋਪੂਲੇਸ਼ਨ ਕਿੱਦਾਂ ਵਧਣੀ ਹੈ, ਦੈਟਸ ਵਾਟ ਦਾ ਪੁਆਇੰਟ ਇਜ਼। ਔਰ ਉਸ ਬੇਸ ਨੂੰ ਦੇਖਦੇ ਹੋਏ ਡਿਸਟ੍ਰਿਕਟ ਹੈ ਜਿਹੜੇ ਉਹ ਰੀਡਿਸਟ੍ਰਿਕਟਿੰਗ ਪ੍ਰੋਸੈਸ ਦੇ ਵਿੱਚ ਜਿਹੜਾ ਬੰਦਿਆਂ ਦੇ ਨਾਲ ਜਿਹੜੇ ਮੈਂ ਕੰਮ ਕਰ ਰਿਹਾ, ਵੀ ਆਰ ਲੁਕਿੰਗ ਐਟ ਇਟ ਫਰੋਮ ਦੈਟ ਪਰਸਪੈਕਟਿਵ। ਹਰਪ੍ਰੀਤ ਜੀ, ਮੈਂ ਇਹ ਬਹੁਤ ਇੰਪੋਰਟੈਂਟ ਇਸ਼ੂ ਹੈਗਾ। ਅਸੀਂ ਵੇਖ ਰਹੇ ਹਾਂ ਪਿਛਲੇ ਕੁਝ ਟਾਈਮ ਵਿੱਚ ਸਾਡੀ ਕਮਿਊਨਿਟੀ ਦੇ ਬੜੇ ਅੱਛੇ ਕੈਂਡੀਡੇਟਸ, ਯੂ ਬੀਇੰਗ ਵਨ, ਹੋਰ ਕਈ ਯੰਗ ਕੈਂਡੀਡੇਟਸ, ਬੜੇ ਅੱਛੇ ਕੈਂਡੀਡੇਟ ਸਾਹਮਣੇ ਆ ਰਹੇ ਨੇ, ਫਿਰ ਵੀ ਅਸੀਂ ਉਹ ਸਕਸੈਸਿਸ ਹਾਲੀ ਨਹੀਂ ਅਚੀਵ ਕਰ ਪਾ ਰਹੇ ਹਾਂ। ਔਰ ਇਸ ਦੇ ਵਿੱਚ ਐਜ਼ ਵੀ ਸੈਡ ਇਨ ਦ ਬਿਗਨਿੰਗ, ਜਿਹੜਾ ਇਹ ਡਿਸਟ੍ਰਿਕਟ ਹੈ ਉਹ ਬਹੁਤ ਇੰਪੋਰਟੈਂਟ ਇਸ਼ੂ ਹੈ। ਅਸੀਂ ਵੇਖਦੇ ਹਾਂ, ਆਪਾਂ ਕਹਿੰਦੇ ਹਾਂ ਕਿ ਜਿਹੜਾ ਰਿਚਮੰਡ ਹਿੱਲ ਹੈ ਉਹ ਸਾਡਾ ਗੜ੍ਹ ਹੈ, ਉੱਥੇ ਬਹੁਤ ਸਾਡੀ ਕਮਿਊਨਿਟੀ ਹੈਗੀ ਹੈ, ਬਟ ਰਿਚਮੰਡ ਹਿੱਲ ਜੀ ਜਗ੍ਹਾ ਵੀ 4 ਡਿਸਟ੍ਰਿਕਟਸ ਵਿੱਚ ਡਿਵਾਈਡਡ ਹੈ। ਤੁਸੀਂ ਮੈਨੂੰ ਆਪ ਦੱਸ ਰਹੇ ਸੀਗੇ ਕਿ ਜਿਹੜਾ ਰਿਚਮੰਡ ਹਿੱਲ ਵਿੱਚ 2 ਗੁਰੂ ਘਰ ਹਨ ਸਾਡੇ ਸਭ ਤੋਂ ਵੱਡੇ, ਬਾਬਾ ਮੱਖਣ ਸ਼ਾਹ ਲਵਾਨਾ ਔਰ 118, ਇਹ ਵੀ 2 ਜਿਹੜੇ ਉਹ ਡਿਫਰੈਂਟ ਡਿਸਟ੍ਰਿਕਟਸ ਵਿੱਚ ਫਾਲ ਕਰਦੇ ਨੇ। ਇਸ ਦਾ ਮਤਲਬ ਦੇਰ ਇਜ਼ ਸਮਥਿੰਗ ਵੀ ਨੀਡ ਟੂ ਡੂ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਕਿਵੇਂ ਆਪਾਂ ਇੱਕ ਡਿਸਟ੍ਰਿਕਟ ਬਣਾ ਸਕਦੇ ਹਾਂ ਜਿਸ ਦੇ ਵਿੱਚ ਵੀ ਸਟੈਂਡ ਅ ਫੇਅਰ ਚਾਂਸ, ਕਿ ਆਪਾਂ ਉਹ ਇੱਕ ਅੱਛੇ ਚਾਂਸ ਦੇ ਨਾਲ ਇਲੈਕਸ਼ਨ ਲੜ ਸਕੀਏ, ਸਾਡੀ ਜਿਹੜੀ ਕਮਿਊਨਿਟੀ ਹੈ ਉੱਥੇ ਰਿਪਰੈਜ਼ੈਂਟ ਹੋ ਸਕੀਏ। ਉਸ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇੱਕ ਜਿਹੜੀ ਕਮਿਊਨਿਟੀ ਹੈ, ਇੱਕ ਜਿਹੜੀ ਡਿਸਟ੍ਰਿਕਟ ਹੈ, ਉਹ ਕਿਵੇਂ ਬਣਦੀ ਹੈ। ਆਪਾਂ ਇਹ ਗੱਲ ਸਮਝਦੇ ਹਾਂ ਕਿ US ਕਨਸਟੀਟਿਊਸ਼ਨ ਵਿੱਚ ਰੇਸ ਜਾਂ ਰਿਲੀਜਨ ਦੇ ਬੇਸ ਤੇ ਤੁਸੀਂ ਕਮਿਊਨਿਟੀ ਦੀ ਜਿਹੜੀ ਪੋਲੀਟੀਕਲ ਡਿਮਾਂਡ ਹੈ ਉਹ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੋਲੀਟੀਕਲ ਬਾਉਂਡਰੀਜ਼ ਦੇ ਬੇਸਡ ਔਨ ਰਿਲੀਜਨ ਐਂਡ ਰੇਸ। ਯੈਸ, ਯੂ ਆਰ ਐਬਸੋਲੂਟਲੀ ਰਾਈਟ। ਹਾਂਜੀ, ਤੇ ਆਪਾਂ ਇਹ ਨਹੀਂ ਕਹਿ ਸਕਦੇ ਇੱਥੇ ਆਪਾਂ ਸਿੱਖ ਰਹਿੰਦੇ ਆ ਤੇ ਸਾਡੀ ਇੱਥੇ ਇੱਕ ਡਿਸਟ੍ਰਿਕਟ ਬਣਾ ਦਿਓ, ਮੁਸਲਮਾਨਾਂ ਦੀ ਇੱਕ ਡਿਸਟ੍ਰਿਕਟ ਬਣਾ ਦਿਓ, ਉਹ ਆਪਣਾ ਨੁਮਾਇੰਦਾ ਭਰਨ, ਜੂਸ ਦੀ ਇੱਕ ਡਿਸਟ੍ਰਿਕਟ ਬਣਾ ਦਿਓ। ਤੇ ਅਗਰ ਅਸੀਂ ਆਪਣੀ ਸਾਰੇ ਏਰੀਆ ਨੂੰ ਇੱਕ ਡਿਸਟ੍ਰਿਕਟ ਵਿੱਚ ਲਿਆਉਣਾ ਚਾਹੁੰਦੇ ਆ, ਉਸ ਵਾਸਤੇ ਸਾਨੂੰ ਕੀ ਕਰਨਾ ਪਏਗਾ? ਕੀ ਹੈਗੀ ਉਹ ਕਮਿਊਨਿਟੀ? ਤੁਸੀਂ ਉਹਨੇ ਇੱਕ ਟਰਮ ਯੂਜ਼ ਕੀਤੀ ਹੈ, ਕਮਿਊਨਿਟੀ ਆਫ ਇੰਟਰਸਟ। ਸਾਨੂੰ ਦੱਸੋਗੇ ਕੀ ਚੀਜ਼ ਹੈਗੀ ਹੈ ਕਮਿਊਨਿਟੀ ਆਫ ਇੰਟਰਸਟ?
ਕਮਿਊਨਿਟੀ ਆਫ ਇੰਟਰਸਟ ਆ ਜਿਹੜੀ ਉਹ ਇਦਾਂ ਹੁੰਦੀ ਆ ਭਈ ਜਿਵੇਂ ਹੁਣ ਸਾਡੇ ਨਾਲ ਵੀ ਆਰ ਸਾਊਥ ਏਸ਼ੀਅਨਸ ਜੀ, ਠੀਕ ਹੈ ਜੀ, ਜਿਹਦੇ ਵਿੱਚ ਅਸੀਂ ਪਾਕਿਸਤਾਨੀ, ਬੰਗਲਾਦੇਸ਼ੀ, ਸ੍ਰੀਲੰਕਾ, ਈਰਾਨ ਵੀ ਉਹਦੇ ਵਿੱਚ ਆਉਂਦਾ ਆ, ਈਵਨ ਅਫਗਾਨਿਸਤਾਨ ਉਹਦੇ ਵਿੱਚ ਆ ਜਾਂਦਾ ਹੈਗਾ ਆ, ਠੀਕ ਹੈ ਜੀ। ਜਦੋਂ ਨਾ ਟਰਮ ਯੂਜ਼ ਹੁੰਦੀ ਹੈਗੀ ਆ, ਮੈਨੂੰ ਅਜੇ ਤੱਕ ਚੇਤਾ ਵੀ ਇਟ ਯੂਜ਼ਡ ਟੂ ਬੀ ਓਨਲੀ ਏਸ਼ੀਅਨ ਕਰਦੇ ਹੁੰਦੇ ਸੀਗੇ ਜੀ। And I still remember Grace Meng, who actually ran and won 2010 ਦੇ ਵਿੱਚ US 2010 ਦੇ ਸੈਂਸਸ ਤੋਂ ਬਾਅਦ she became the congresswoman, the first Asian congresswoman. ਜਦੋਂ ਇਲੈਕਸ਼ਨ ਵਾਸਤੇ ਉਹ ਰਨ ਕਰ ਰਹੀ ਸੀ ਤਾਂ ਉੱਥੇ ਜਦੋਂ ਸਟੇਜ ਦੇ ਉੱਤੇ ਜਦ ਬੋਲਣ ਦਾ ਮੌਕਾ ਮਿਲਿਆ ਤਾਂ ਜਦ ਮੈਂ ਸਾਊਥ ਏਸ਼ੀਅਨ ਮੈਂਸ਼ਨ ਕੀਤਾ ਤਾਂ everybody was looking at me. So community of interest within Asia is South Asian. ਇਹਦਾ ਮਤਲਬ ਇਹ ਨਹੀਂ ਵੀ ਸਰਦਾਰ ਆ ਜਿਹੜੇ ਕਮਿਊਨਿਟੀ ਆਫ ਇੰਟਰਸਟ ਹੈਗੀ ਆ ਜੀ। ਕਮਿਊਨਿਟੀ ਆਫ ਇੰਟਰਸਟ ਇਜ਼ ਕਿ ਸਾਡੇ ਜਿਹੜੇ ਹੈਗੇ ਆ ਇੰਟਰਸਟ ਆ, ਜਿਹੜੇ ਸਾਡੇ ਐਜੂਕੇਸ਼ਨ ਦੇ ਇੰਟਰਸਟ ਹੈਗੇ ਆ, ਸਾਡੀਆਂ ਨੀਡਸ ਜਿਹੜੀਆਂ ਹੈਗੀਆਂ ਆ ਫਾਰ ਮੈਡੀਕਲ ਸਰਵਿਸਿਜ਼, ਸਾਡੀਆਂ ਜਿਹੜੀਆਂ ਨੀਡਸ ਹੈਗੀਆਂ ਆ ਫਾਰ ਦਾ ਇਨਫਰਾਸਟਰਕਚਰ, ਸਾਡੀਆਂ ਜਿਹੜੀਆਂ ਨੀਡਸ ਹੈਗੀਆਂ ਆ ਟੂ ਗੈਟ ਅ ਬੈਟਰ ਐਜੂਕੇਸ਼ਨ ਐਂਡ ਹੈਵ ਦਾ ਸਕੂਲਸ, ਦੇ ਆਰ ਕਾਮਨ। ਸੋ ਇਹ ਸੇਮ ਇਕਨੋਮਿਕ ਸਟ੍ਰੈਟ ਹੈ ਕਿ ਕਲਚਰ ਦਾ ਵੀ ਇਸ ਦੇ ਵਿੱਚ ਐਲੀਮੈਂਟ ਆਉਂਦਾ ਹੈ? ਇਹਦੇ ਵਿੱਚ ਕਲਚਰਲ ਐਲੀਮੈਂਟ ਇੰਨਾ ਨਹੀਂ ਆਉਂਦਾ ਹੈਗਾ ਹੈ, ਇਫ ਆਈ ਮੇ ਸੇ ਸੋ। ਇਹਦੇ ਵਿੱਚ ਜਿਹੜਾ ਮੇਨ ਹੁੰਦਾ ਆ, ਦੇ ਲੁੱਕ ਐਟ, ਪਹਿਲੀ ਗੱਲ ਤਾਂ ਇਹ ਆ, ਦੇ ਲੁੱਕ ਐਟ ਨੰਬਰਸ ਜੀ। ਨਿਊਮੈਰੀਕਲੀ ਜਿਹੜੀ ਨਿਊਯਾਰਕ ਸਿਟੀ ਦੀ ਪੋਪੂਲੇਸ਼ਨ ਉਸ ਨੂੰ ਉਹਨਾਂ ਨੇ 51% ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦੇਣਾ ਜੀ। ਫਿਰ ਉਹਦੇ ਵਿੱਚ ਜਿਹੜਾ ਵੀ ਨੰਬਰ ਆਉਂਦਾ ਹੈਗਾ ਆ ਉਹਦੇ ਵਿੱਚ there is a variation of only 5 to 7%. Let us say pay 60,000 ਦੀ population ਬਣਦੀ ਹੈ ਜੀ। 60,000 ਦੀ population ਹੈ ਜਿਹੜਾ ਉਹਦਾ 5% ਹੈ, 3,000 ਬਣਿਆ। So the district can be of 57,000 ਜੀ, but not 56,000, or it can be maybe 64,000 but cannot be 66,000 ਜੀ। So ਜਦੋਂ ਉਹ ਨੰਬਰ ਦੇਖਦੇ ਆ ਨਾ, then they look at, that is the first ਜਿਹੜਾ ਪਹਿਲਾ ਮੈਪ ਆ numerically, then they start looking at it ਵੀ ਇਹਦੇ ਵਿੱਚ ਹੁਣ ਕਿੱਦਾਂ ਅਸੀਂ population ਹੈ ਜਿਹੜੀ ਰਹਿ ਰਹੀ ਹੈਗੀ ਆ, ਉਹਦੇ ਵਿੱਚ ਜਿਹੜੀ population ਰਹਿ ਰਹੀ ਹੁੰਦੀ ਆ ਉਹਦੇ ਵਿੱਚ then community of interest ਹੈ ਜਿਹੜੀ ਉਹ ਆਉਂਦੀ ਹੈਗੀ ਆ। ਸਾਡੇ ਡਿਸਟ੍ਰਿਕਟ ਦੇ ਵਿੱਚ we have African Americans, we have Caucasians, we have everybody, but ਜਦੋਂ ਮੈਡੀਕਲ ਨੀਡਸ ਆਉਂਦੀਆਂ ਜਿਹੜੀਆਂ ਸਾਊਥ ਏਸ਼ੀਅਨਸ ਦੀਆਂ ਮੈਡੀਕਲ ਇਸ਼ੂਜ਼ ਆ ਜਾਂ ਏਸ਼ੀਅਨਸ ਦੇ ਜਿਹੜੇ ਮੈਡੀਕਲ ਇਸ਼ੂਜ਼ ਆ ਉਹ ਅਫਰੀਕਨ ਅਮਰੀਕਨਸ ਨਾਲੋਂ ਡਿਫਰੈਂਟ ਆ, ਅਫਰੀਕਨ ਅਮਰੀਕਨ ਦੇ ਕਾਕੇਸ਼ੀਅਨਸ ਨਾਲੋਂ ਡਿਫਰੈਂਟ ਹੁੰਦੇ ਆ। ਅੱਛਾ ਜੀ। ਜਿਊਜ਼ ਦੇ ਉਹ ਤੋਂ ਬਾਅਦ ਡਿਫਰੈਂਟ ਹੁੰਦੇ। ਸੋ ਥੀਸ ਆਰ ਆਲਸੋ, ਦੇ ਆਲਸੋ ਪਲੇ, ਇਵਨ though they play a very minor role in it ਜੀ when they decide the district, but they definitely play a role in it. but ਸਾਰੇ ਤੋਂ ਜਿਹੜਾ ਵੱਡਾ ਰੋਲ ਪਲੇ ਹੁੰਦਾ ਨਾ ਉਹ ਇਹ ਹੁੰਦਾ ਆ ਵੀ ਜਿਹੜੇ ਇਸ ਵੇਲੇ ਇਲੈਕਟਡ ਸਿਟੀ ਕੌਂਸਲ ਪਰਸਨ ਹੈਗੇ ਆ ਜੀ, ਉਹ ਦੇਖਦੇ ਆ ਵੀ ਜਿਹੜਾ ਹੁਣ ਡਿਸਟ੍ਰਿਕਟ ਡਰਾ ਹੋ ਰਿਹਾ, ਕੱਲ ਨੂੰ ਜਦ ਇਲੈਕਸ਼ਨ ਹੋਣੀ ਆ, ਕੈਨ ਆਈ ਬੀ ਦ ਵਿਨਰ ਅਗੇਨ। ਮੈਨੂੰ ਇਹ ਤੱਕ ਚੇਤਾ ਆਇਆ ਵਿਦਆਊਟ ਮੈਂਸ਼ਨਿੰਗ ਦ ਡਿਸਟ੍ਰਿਕਟ ਐਂਡ ਦ ਨੇਮ ਕਿ 2010 ਸੈਂਸਸ ਦੀ ਕਾਊਂਟਿੰਗ ਤੋਂ ਬਾਅਦ ਜਦ ਸਿਟੀ ਕੌਂਸਲ ਦੇ ਡਿਸਟ੍ਰਿਕਟ ਬਣ ਰਹੇ ਸੀਗੇ ਸੀ, ਦੇਰ ਵਾਜ਼ ਅ ਕੌਂਸਲਮੈਨ, ਹੀ ਇਜ਼ ਅ ਸੈਨੇਟਰ ਨਾਓ, very nice guy, very nice guy, very smart guy. ਅਸੀਂ ਉਹਨਾਂ ਨਾਲ ਮੀਟਿੰਗ ਰੱਖੀ। when we had a meeting with him, ਅਸੀਂ ਉਹਨੂੰ ਸਾਰਾ ਆਪਣਾ ਨਾ ਪ੍ਰਪੋਜ਼ ਕਰ ਦਿੱਤਾ। ਉਸ ਮੀਟਿੰਗ ਦੇ ਵਿੱਚ we were only 3 people, 4 people actually ਜੀ, ਠੀਕ ਹੈ ਜੀ। ਇੱਕ ਮੈਂ ਸੀ, ਇੱਕ ਜੌਨ ਐਲਬਰਟ ਸੀ ਜੀ, ਇੱਕ ਉਹ ਸਿਟੀ ਕਾਉਂਸਲਮੈਨ who is a senator, ਤੇ 4th person ਆ, I do not have the permission to mention his name ਜੀ। so we had a very private meeting, ਔਰ ਉਸ ਮੀਟਿੰਗ ਦੇ ਵਿੱਚ ਅਸੀਂ ਉਹਨੂੰ ਆਪਣੀ ਪ੍ਰਪੋਜ਼ਲ ਰੱਖੀ ਪਈ, ਭਾਈ ਦਿਸ ਇਜ਼ ਵਾਟ ਵੀ ਆਰ ਲੁਕਿੰਗ ਐਟ। ਕਾਰਨ ਕੀ ਸੀ? ਕਿਉਂਕਿ ਸਾਨੂੰ ਪਤਾ ਸੀ ਕਿ ਸਿਟੀ ਕੌਂਸਲ ਦੀ ਸਪੀਕਰ ਆ ਜਿਹੜੀ, he has her ears, ਸੋ ਸਾਡੀ ਉਹਦੇ ਨਾਲ ਮੀਟਿੰਗ ਜ਼ਰੂਰੀ ਸੀ ਜੀ। ਜਦੋਂ ਅਸੀਂ ਸਾਰੀ ਗੱਲਬਾਤ ਕਰਕੇ ਅਸੀਂ ਜਦ ਉੱਠੇ ਆ, ਗੱਲਬਾਤ ਖਤਮ ਹੋਈ ਆ, ਤਾਂ we decided to have one more meeting with him. even though we had ਮੇਰੇ ਖਿਆਲ 3 ਮੀਟਿੰਗਾਂ ਮੇਬੀ 4 ਹੋਈਆਂ ਸੀ ਉਹਦੇ ਨਾਲ ਨਾ। ਸੈਕੰਡ ਮੀਟਿੰਗ ਦੇ ਵਿੱਚ there was very interesting issue he raised ਕਿ ਮੇਰੇ ਨਾਲ
that I had a discussion with the sitting councilman who happens to be African American, ਜੀ and he's not happy with calculations. ਹਰਪ੍ਰੀਤ ਜੀ ਮੈਂ This is interesting ਜਿੱਥੇ ਮੈਂ ਆ ਰਿਹਾ ਹੈਗਾ ਨਾ, this is going to ਨਹੀਂ। answer your question now. ਮੈਂ His population, ਇੱਕ ਮਿੰਟ, ਜੀ African Americans were coming from 53% to 48%, even though they were still in majority. ਜੀ 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 You know, even though they were still in majority, but even losing that 5% in the district, he was not happy about it. क्योंकि ਉਹਨੂੰ ਸੀ ਕਿ ਹਾਂ ਵੀ ਕੋਈ ਹੋਰ ਜਿੱਤੂਗਾ. ਹਾਂਜੀ So ਹਾਂਜੀ that's where community of interest plays the role. ਹਰਪ੍ਰੀਤ ਜੀ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ ਹੈ, ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ। ਪ੍ਰੋਗਰਾਮ ਅੱਜ ਦਾ ਮੁੱਦਾ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਸਿੱਖ ਕਮਿਊਨਿਟੀ ਦੇ ਲੀਡਰ ਹਰਪ੍ਰੀਤ ਸਿੰਘ ਤੂਰ ਜੀ ਨਾਲ ਰੀਡਿਸਟ੍ਰਿਕਟਿੰਗ ਦੇ ਬਾਰੇ। ਹਰਪ੍ਰੀਤ ਜੀ, ਬ੍ਰੇਕ ਤੇ ਜਾਣ ਤੋਂ ਪਹਿਲੇ ਤੁਸੀਂ ਸਾਨੂੰ ਇੱਕ ਇਨਸੀਡੈਂਟ ਦੱਸ ਰਹੇ ਸੀਗੇ ਜਿੱਥੇ ਇੱਕ ਇਲੈਕਟਿਡ ਆਫੀਸ਼ੀਅਲ ਆਪਣੀ ਸੀਟਸ ਆਪਣੇ ਰੀਡਿਸਟ੍ਰਿਕਟਿੰਗ ਨਹੀਂ ਸੀ ਚਾਹੁੰਦਾ ਬਿਕੋਜ਼ ਹੀ ਵਾਸ ਲੂਜ਼ਿੰਗ ਸਮ 5% ਵੋਟਸ, you said? 5% of African American, even though overall it was like district ਦੇ ਵਿੱਚ ਨਾ there were African Americans, there were of course ਆਪਣੇ some Indo-Caribbean, some South Asians, but Hispanics, and including some Jews votes, and some miscellaneous European. ਉਹਦਾ ਇਸ਼ੂ ਇਹ ਸੀਗਾ ਸੀ ਵੀ ਮੈਂ ਆਪਣੀ ਸੀਟ ਤਾਂ ਨਹੀਂ ਲੂਜ਼ ਕਰ ਜਾਊਂਗਾ ਜੀ। ਸੋ ਸਾਨੂੰ ਇਹ ਫਰਕ ਪੈ ਰਿਹਾ ਸੀਗਾ ਸੀ ਕਿ ਰਿਚਮੰਡ ਹਿੱਲ ਵਾਸ ਡਿਵਾਈਡਡ ਇਨਟੂ ਮੋਰ ਦੈਨ 6 ਸੈਕਸ਼ਨਸ ਜੀ। ਤੇ ਸਾਨੂੰ ਇਹ ਸੀ ਕਿ ਇਹ 6 ਤੋਂ 4 ਹਿੱਸਿਆਂ 'ਚ ਬਣ ਰਿਹਾ। ਸੋ ਵੀ ਵਰ ਕੰਸੋਲੀਡੇਟਿੰਗ ਫਰਮ ਦੈਟ ਐਂਗਲ। ਹੁਣ ਜਿਵੇਂ ਕਿ ਜਿਹੜਾ ਆਪਣਾ ਸਿਟੀ ਜਿਹੜੀ ਅਸੈਂਬਲੀ ਜਿਹੜੀ ਆਪਣੀ ਰੀਡਿਸਟ੍ਰਿਕਟਿੰਗ ਹੋਈ ਆ ਜੀ, ਉਹਦੇ ਵਿੱਚ ਰਿਚਮੰਡ ਹਿੱਲ, ਸਾਊਥ ਓਜ਼ੋਨ ਪਾਰਕ ਐਂਡ ਓਜ਼ੋਨ ਪਾਰਕ originally they were in one section, ਜਿਹਦਾ ਮਤਲਬ ਇਹ ਸੀ ਭਈ ਉਹਦੇ ਵਿੱਚ ਪੰਜਾਬੀ, ਇੰਡੋ ਕੈਰੀਬੀਅਨ and Hispanics along with African American proportionately, even though we were not in majority, but sada proportionately we were in a higher level percentage wise, voting wise. But that got cancelled ਜਿਹੜੀ ਕਿ ਅਪਸਟੇਟ ਜਿਹੜਾ ਲਾਅ ਹੋਇਆ ਔਰ ਉਹਦੇ ਬੇਸ ਦੇ ਉੱਤੇ ਨਵੇਂ ਡਿਸਟ੍ਰਿਕਟ ਬਣੇ। ਔਰ ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਹੈ 114 ਦਾ ਗੁਰਦੁਆਰਾ ਕਿਸੇ ਹੋਰ ਅਸੈਂਬਲੀ ਡਿਸਟ੍ਰਿਕਟ ਦੇ ਵਿੱਚ ਹੁੰਦਾ ਸੀ, 118 ਦਾ ਹੋਰ ਚ ਹੁੰਦਾ ਸੀ। ਐਂਡ ਈਵਨ ਅੱਜ ਦੀ ਡੇਟ ਦੇ ਵਿੱਚ ਮੈਂ ਤੁਹਾਨੂੰ ਇੱਕ ਪਰਫੈਕਟ ਐਗਜ਼ਾਮਪਲ ਦਿੰਦਾ ਭਈ ਹਾਊ ਕੁਛ ਇੱਕ ਚੀਜ਼ਾਂ ਜਿਹੜੀਆਂ ਉਹ ਵਰਕਆਊਟ ਹੁੰਦੀਆਂ ਜੀ। ਜਿਹੜਾ ਕਰੰਟ ਅਸੈਂਬਲੀ ਡਿਸਟ੍ਰਿਕਟ ਆ ਉਹਦੇ ਵਿੱਚ ਲੈਫਟ ਤੇ ਲਿਬਰਟੀ ਦੇ ਉੱਤੇ ਨਾ that street has been, Liberty Avenue has been named as Little Guyana ਜੀ। ਠੀਕ ਹੈ ਜੀ। ਜਿਵੇਂ ਆਪਣਾ 101 ਮੌਕਾ ਮਿਲਿਆ ਅਸੀਂ ਪੰਜਾਬ ਐਵਨਿਊ ਕਰ ਲਿਆ, ਉਹਨੂੰ ਮੈਂ ਕਰਵਾ ਲਿਆ। ਉਹ ਜਿਹੜੇ ਡਿਸਟ੍ਰਿਕਟ ਬਣੇ ਸੀ ਨਾ before the whole thing happened, before this primary took place for assembly, that square was actually in 2 different assembly districts. ਦੇਖੋ ਤੁਸੀਂ ਇੱਕ ਕ੍ਰਾਸਿੰਗ ਆ, ਹਾਂਜੀ, ਰਸਤਾ ਆ, ਉਹ ਲਿਟਲ ਗਿਆਨਾ ਉਹਦਾ ਨਾਂ ਆ ਜੀ, ਪਰ ਡਿਸਟ੍ਰਿਕਟ ਡਿਜ਼ਾਈਨ ਕੀਤਾ ਜਿਹਦੇ ਵਿੱਚ ਉਹ ਚੁਰਸਤਾ ਜਿਹੜਾ 2 ਹਿੱਸਿਆਂ 'ਚ ਵੰਡ ਦਿੱਤਾ ਜੀ। ਇਟ ਵਾਸ ਦਾ ਐਫਰਟਸ, ਕੁਛ ਇੱਕ ਮੇਰੀਆਂ ਐਫਰਟ ਸੀ ਪਰ ਮੈਜੋਰਟੀ ਐਫਰਟ ਵਾਸ ਬਾਈ ਜੌਨ ਐਲਬਰਟ who pushed from back door along with ALDF and some other organization पे ਘੱਟੋ ਘੱਟ ਜਿਹੜਾ ਚੁਰਸਤਾ ਇਹਨੂੰ ਤਾਂ ਇੱਕ ਡਿਸਟ੍ਰਿਕਟ 'ਚ ਰਹਿਣ ਦਿਓ ਜੀ। So finally they agreed to move that line by 1 block. ਬਹੁਤੀ ਚੇਂਜ ਨਹੀਂ ਕੀਤੀ। So this is the fight about redistricting. ਹੁਣ ਜਿੱਦਾਂ ਮੈਂ ਹੁਣ ਇੱਕ ਹੋਰ ਉਦਾਹਰਣ ਦਿੰਦਾ ਤੁਹਾਨੂੰ, 118 ਸਟਰੀਟ ਆ ਜੀ, ਰਿਚਮੰਡ ਹਿੱਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਜੀ। ਤੁਸੀਂ ਜਮੈਕਾ ਐਵਨਿਊ ਤੋਂ ਸ਼ੁਰੂ ਹੋ ਜਾਓ, you go all the way up to Liberty Avenue ਜੀ। ਖੱਬੇ ਸੱਜੇ ਆਲਮੋਸਟ ਐਵਰੀ ਹਾਊਸ ਹੈ ਜਿਹੜਾ ਨਾ ਜੀ, ਉਹ ਆਪਣਾ ਕਿਸੇ ਪੰਜਾਬੀ ਦਾ ਹੈ। I would say about 70% houses are owned by Punjabis. ਠੀਕ ਹੈ ਜੀ, maybe more than that ਜੀ। ਠੀਕ ਹੈ ਜੀ। ਸੋ ਜੇ ਉਸ ਸਟਰੀਟ ਨੂੰ ਸਾਰੀ ਦੀ ਸਾਰੀ ਨੂੰ ਇੱਕ ਡਿਸਟ੍ਰਿਕਟ 'ਚ ਰੱਖਦੇ ਆ ਜੀ,
ਤੁਹਾਡਾ ਨੰਬਰ ਆਫ ਵੋਟਸ ਇਨਕਰੀਜ਼ਸ ਜੀ ਪਰ ਜੇ ਉਹ ਲਾਈਨ 118 ਦੇ ਵਿਚਕਾਰ ਦੀ ਚੱਲ ਜਾਂਦੀ ਆ ਜੀ ਜਿਹੜੀ ਈਸਟ ਸਾਈਡ ਹੈ ਇਟ ਇਜ਼ ਗੋਇੰਗ ਟੂ ਬੀ ਇਨ ਅ ਡਿਫਰੈਂਟ ਸੈਕਸ਼ਨ ਵੈਸਟ ਸਾਈਡ ਡਿਫਰੈਂਟ ਸੈਕਸ਼ਨ ਦਿਸ ਇਜ਼ ਕਾਲਡ ਰੀਡਿਸਟ੍ਰਿਕਟਿੰਗ ਉਹਦੇ ਵਿੱਚ ਕੀ ਹੋਣਾ ਤੁਹਾਡੀ ਜਿਹੜੀ ਪਾਵਰ ਆ ਉਹ ਡਿਲੂਟ ਹੋ ਜਾਂਦੀ ਆ ਤੁਹਾਡਾ ਜਿਹੜਾ ਕਮਿਊਨਿਟੀ ਆਫ ਇੰਟਰਸਟ ਆ ਜਿਹੜਾ even though you may still be with the community of interest but it may not be exactly ਜਿਹੜੀ ਕਿ ਅਸੀਂ ਕਹੀਏ ਵੀ ਜੀ ਸਾਨੂੰ ਸਿੱਖਾਂ ਨੂੰ ਇੱਕ ਡਿਸਟ੍ਰਿਕਟ ਚਾਹੀਦਾ ਜੀ so what we need to understand is ਕਿ ਜੇ ਅਸੀਂ ਇਲੈਕਸ਼ਨਾਂ ਜਿੱਤਣੀਆਂ ਉਹਦੇ ਵਾਸਤੇ ਡਿਸਟ੍ਰਿਕਟ ਜੇ ਅਸੀਂ ਬਣਾਉਣੇ ਆ we have to work you know across the table other communities ਦੇ ਨਾਲ ਜਿਹੜੀਆਂ ਸਾਡੇ ਨਾਲ ਕੰਮ ਕਰਨੇ ਨੂੰ ਤਿਆਰ ਆ ਹਰਪ੍ਰੀਤ ਜੀ ਜਿਹੜਾ ਸਾਡੇ ਨਾਲ ਕੰਮ ਕਰਨੇ ਨੂੰ ਨਹੀਂ ਤਿਆਰ ਦੈਟਸ ਫਾਈਨ ਜੀ ਪਰ ਘੱਟੋ ਘੱਟ ਜਿਹੜਾ ਤਿਆਰ ਆ we need to have them on the at the table with us and have the conversation and fight this fight collectively ਹਰਪ੍ਰੀਤ ਜੀ ਆਹੀ ਗੱਲ ਜਿਹੜੀ ਹੈ ਇਹ ਮੋਸਟ ਇੰਪੋਰਟੈਂਟ ਹੈ ਸਾਡੇ ਸਾਰੇ ਵਿਊਅਰਸ ਨੂੰ ਸਾਡੀ ਕਮਿਊਨਿਟੀ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਜਦ ਤੁਸੀਂ ਕਮਿਊਨਿਟੀ ਆਫ ਇੰਟਰਸਟ ਦੀ ਗੱਲ ਕਰ ਰਹੇ ਹੋ ਜਦ ਤੁਸੀਂ ਇੱਕ ਫੇਵਰੇਬਲ ਡਿਸਟ੍ਰਿਕਟ ਬਣਾਉਣ ਦੀ ਗੱਲ ਕਰ ਰਹੇ ਹੋ ਆਪਾਂ ਇਕੱਲੇ ਜਾ ਕੇ ਉੱਥੇ ਡਿਮਾਂਡ ਕਰੀਏ ਕਿ ਸਾਡੇ ਵਾਸਤੇ ਇੱਕ ਡਿਸਟ੍ਰਿਕਟ ਬਣਾਓ ਇੱਦਾਂ ਕਦੀ ਹੋਣਾ ਨਹੀਂ ਸਾਨੂੰ ਆਪਣੇ ਕਾਮਨ ਇੰਟਰਸਟ ਵਾਲੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ ਔਰ ਫਿਰ ਅਸੀਂ ਡਿਮਾਂਡ ਕਰ ਸਕਦੇ ਹਾਂ ਕਿ ਇਹ ਇੱਕ ਡਿਸਟ੍ਰਿਕਟ ਬਣਾਈ ਜਾਏ ਜਿਸ ਦੇ ਵਿੱਚ ਅਸੀਂ ਚਾਹੁੰਦੇ ਹਾਂ ਸਾਡੀ ਕਮਿਊਨਿਟੀ 'ਚੋਂ ਜਾਂ ਸਾਡੀ ਜਿਹੜੀ ਕਮਿਊਨਿਟੀਜ਼ ਹਨ ਉਹਨਾਂ ਵਿੱਚੋਂ ਇੱਕ ਕੈਂਡੀਡੇਟ ਜਿਹੜਾ ਹੈ ਉਹ ਸਾਹਮਣੇ ਆਏ ਔਰ ਇਸ ਟੇਬਲ 'ਤੇ ਆਪਾਂ ਆਪਣਾ ਇੱਕ ਬੰਦਾ ਭੇਜ ਸਕੀਏ ਇਜ਼ ਇਟ ਰਾਈਟ ਟੂ ਸੇ No, that is right. That's absolutely right. मैं एक ना बड़ी हो रहा I will share something really interesting. जी. एक ना मीटिंग रखी गई सी about redistricting. ठीक है जी. ਆਪਣੇ ਪੰਜਾਬੀ ਕਿਸੇ ਨਹੀਂ ਕੀਤੀ ਕਿਉਂਕਿ ਸਾਡੇ ਜਿਹੜੇ ਆ when you try to get it done ਆਪਣੇ ਨਾ ਅਸੀਂ we have our own personal agendas. ਜੀ. ਸਾਡਾ ਇੱਥੇ ਸਕਸੀਡ ਹੋਣ ਦਾ ਕੋਈ ਏਜੰਡਾ ਨਹੀਂ ਠੀਕ ਹੈ ਅਸੀਂ ਸਟੇਜਾਂ ਤੇ ਖੜ ਕੇ ਰੌਲਾ ਪਾਉਣ ਨੂੰ ਤਿਆਰ ਹਾਂ ਭਈ ਜੀ ਸਾਡਾ ਬੰਦਾ ਨਹੀਂ ਬਣਿਆ ਪਰ ਕਿਉਂ ਨਹੀਂ ਬਣਿਆ ਕਿੱਦਾਂ ਨਹੀਂ ਬਣਿਆ nobody really excuse my language nobody gives a damn ਜੀ ਕਿਉਂਕਿ either they don't understand or they are not interested ਪਰ ਅਸੀਂ the interesting thing was ਮੈਂ ਇਸ ਮੀਟਿੰਗ ਦੇ ਉੱਤੇ ਗਿਆ there was an Indo-Caribbean who was talking about it ਜਿਹੜਾ ਕਿ Indo-Caribbean district demand ਕਰ ਰਿਹਾ ਸੀ and at the end of his whole conversation it was all about Indo-Caribbean Guyanese and Indo-Caribbean. At the end of his discussion, he talked about ji Sikh ya jehde oh vi sade ode ch chahide. And I'm like, after the meeting was over, jehdiyan organization de naal main kam karda, I went to them and the main organizers and I went to them also and I told them I said listen, je sardaran nu tusi as a tag use karna na, then I refuse to work with you guys. You need to have us at the table like everybody else. और ਉੱਥੇ ਜਾ ਕੇ ਮੇਰੇ ਜਿਹੜੇ ਇਸ਼ੂ ਬਣਦੇ ਹੋ ਇਸ ਕਰਕੇ ਬਣ ਜਾਂਦੇ ਆ ਵੀ when I talk logic ਉਹਨਾਂ ਨੂੰ ਇਹ ਹੁੰਦਾ ਵੀ ਇਹ ਕਿੱਥੋਂ ਆ ਗਿਆ ਯਾਰ ਇਹ ਗੱਲਾਂ ਜਿਹੜਾ ਸਮਝਦਾ ਹੈਗਾ ਆ why he's talking ਬਾਕੀ ਦੇ ਜਿਹੜੇ 10 ਬੈਠੇ ਆ ਉਹ ਕੁਝ ਨਹੀਂ ਕਹਿ ਰਹੇ ਇਕੱਲਾ ਕਿਉਂ ਕਹਿ ਰਿਹਾ ਹੈਗਾ because ਬਾਕੀ ਦੇ 10 they don't understand this thing. It's not their fault. ਉਹਨਾਂ ਦਾ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਇੰਟਰਸਟ ਹੈਗਾ ਉਹਨਾਂ ਦੀ ਇੰਡੀਆ ਦੇ ਇਲੈਕਸ਼ਨ ਦੇ ਵਿੱਚ ਇੰਟਰਸਟ ਆ ਇੱਥੇ ਦੀ ਇਲੈਕਸ਼ਨ ਦੇ ਵਿੱਚ they do not have the interest and unless and until we start taking interest in local elections we will not succeed. or one more thing ਜਿੰਨੇ ਵੀ ਸਾਡੇ ਇਸ਼ੂ ਆ ਜੇ ਅਸੀਂ ਕਹਿੰਦੇ ਨਾ ਸਾਡੇ ਪਿਛਲੇ ਇਸ਼ੂ ਆ ਜਿਹੜੇ ਅਸੀਂ ਉਹ ਇੱਥੇ ਬੈਠ ਕੇ ਰਿਜ਼ੋਲਵ ਕਰਨੇ ਆ the best thing is get your people elected here so that they can actually bring your issues where they matter most. ਹਰਪ੍ਰੀਤ ਜੀ ਸਾਡਾ ਅੱਜ ਦੀ ਗੱਲ ਕਰਨ ਦਾ ਪਰਪਸ ਔਰ ਸਾਰੀ ਕਮਿਊਨਿਟੀ ਦਾ ਇਹ ਪਰਪਸ ਹੈ ਕਮਿਊਨਿਟੀ ਚਾਹੁੰਦੀ ਹੈ ਕਿ ਸਾਡੀ ਰਿਪਰੈਜ਼ੈਂਟੇਸ਼ਨ ਹੋਏ in positions of power. As you said, we need to have a seat on the table. ਇਹ ਜਿਹੜੀ ਡਿਸਟ੍ਰਿਕਟ ਦਾ ਇਸ਼ੂ ਹੈ ਇਹ ਬੜਾ ਪ੍ਰਾਇਮਰੀ ਡਿਸਟ੍ਰਿਕਟ ਹੈ ਜਿੱਥੇ ਆਪਾਂ ਰਹਿੰਦੇ ਹਾਂ ਜਿੱਥੇ ਸਾਡੇ ਕੋਲ ਕਮਿਊਨਿਟੀ ਮੈਂਬਰਸ ਹੈਗੇ ਸਾਡੇ ਕੋਲ ਵੋਟ ਹੈਗੀ ਹੈ ਉਹ ਫਿਰ ਵੀ ਇੰਨਾ ਜ਼ਿਆਦਾ ਡਿਵਾਈਡ ਹੋ ਜਾਂਦਾ ਕਿ ਅਸੀਂ ਆਪਣੀ ਮਰਜ਼ੀ ਦਾ ਆਪਣੀ ਕਮਿਊਨਿਟੀ ਵਿੱਚੋਂ ਇੱਕ ਜਿਹੜਾ ਕੋਈ ਕੈਂਡੀਡੇਟ ਹੈ ਅੱਗੇ ਨਹੀਂ ਉਸ ਨੂੰ ਲਿਆ ਸਕਦੇ ਤੁਸੀਂ ਇੱਕ ਗੱਲ ਕਹੀ ਕਿ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣਾ ਜਿਹੜਾ ਟੈਂਟ ਹੈ ਵੱਡਾ ਕਰੀਏ ਅਸੀਂ ਹੋਰ ਕਮਿਊਨਿਟੀਜ਼ ਨੂੰ ਆਪਣੇ ਨਾਲ ਜੋੜੀਏ ਜਿਨ ਲੋਕਾਂ ਨਾਲ ਸਾਡੇ ਕਾਮਨ ਇੰਟਰਸਟ ਹੈਗੇ ਉਹਨਾਂ ਨੂੰ ਅਸੀਂ ਜੋੜੀਏ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਇਹ ਜਿਹੜਾ ਪ੍ਰੋਸੈਸ ਹੈ ਇਸ ਦੇ ਵਿੱਚ ਆਪਾਂ
ਕਿਹਨੂੰ ਅਪਰੋਚ ਕਰਦੇ ਆ, ਕਿਵੇਂ ਇਹ ਡਿਸਟ੍ਰਿਕਟਿੰਗ ਹੁੰਦੀ ਹੈ? ਆਈ ਅੰਡਰਸਟੈਂਡ ਕਿ ਜਿਹੜੀ ਨਿਊਯਾਰਕ ਹੈ ਦੈਟ ਇਜ਼ ਅ ਕਮਿਸ਼ਨ ਬੇਸਡ ਸਟੇਟ, ਇੱਥੇ ਡਿਸਟ੍ਰਿਕਟਿੰਗ ਦੀ ਕਮਿਸ਼ਨ ਬੈਠਦੀ ਹੈ ਹਰ 10 ਸਾਲਾਂ ਵਿੱਚ। ਸਾਨੂੰ ਥੋੜ੍ਹਾ ਜਿਹਾ ਪ੍ਰੋਸੈਸ ਦੱਸੋਗੇ ਕਿ ਇਸ ਦੇ ਵਿੱਚ ਆਪਾਂ ਕਿਵੇਂ ਪਾਰਟਿਸਿਪੇਟ ਕਰ ਸਕਦੇ ਹਾਂ ਔਰ ਕੀ ਪ੍ਰੋਸੈਸ ਹੈਗਾ? ਦੇਖੋ, even though it is called independent redistricting commission, ਜੀ, but it is not independent. ਜੀ, ਪਹਿਲੀ ਗੱਲ। ਦੂਜੀ ਗੱਲ, who has the final say? For assembly and senate, it's Albany. ਜੀ, For city council, it is the council members. ਜੀ, ਜੀ, ਜੀ। ਹਰਪ੍ਰੀਤ ਜੀ, ਜਿੰਨਾ ਚਿਰ ਹਰਪ੍ਰੀਤ ਜੀ, ਮੈਂ ਮਾਫੀ ਚਾਹਾਂਗਾ, ਬ੍ਰੇਕ ਦਾ ਸਮਾਂ ਹੋ ਰਿਹਾ ਹੈ। ਇਹ ਬਹੁਤ ਜ਼ਰੂਰੀ ਟੌਪਿਕ ਹੈ, ਬਹੁਤ ਜ਼ਰੂਰੀ ਗੱਲ ਹੈ ਤੁਹਾਡੀ। ਮੈਂ ਗੁਜ਼ਾਰਿਸ਼ ਕਰਾਂਗਾ, ਪਲੀਜ਼ ਹੋਲਡ ਯੋਰ ਥਾਟ। ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ। ਅੱਜ ਦਾ ਮੁੱਦਾ ਪ੍ਰੋਗਰਾਮ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਹਰਪ੍ਰੀਤ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਕਹਿ ਰਹੇ ਸੀਗੇ ਕਿ ਤੁਸੀਂ ਕਮਿਸ਼ਨਸ ਦੇ ਬਾਰੇ ਦੱਸ ਰਹੇ ਸੀਗੇ, ਆਲਦੋ ਯੂ ਸੈਡ ਕਿ ਇੰਨੇ ਇੰਡੀਪੈਂਡੈਂਟ ਹੁੰਦੇ ਨਹੀਂ ਜਿੰਨਾ ਕਿਹਾ ਜਾਂਦਾ ਹੈ, ਬਟ ਇਹਨਾਂ ਦਾ ਇੱਕ ਪ੍ਰੋਸੈਸ ਹੈਗਾ ਇਹਨਾਂ ਇੱਕ ਪਬਲਿਕ ਹੀਅਰਿੰਗ ਹੁੰਦੀ ਹੈ ਜਿੱਥੇ ਕਮਿਊਨਿਟੀ ਮੈਂਬਰਸ ਜਾ ਕੇ ਆਪਣੀ ਉਹਨਾਂ ਦੇ ਸਾਹਮਣੇ ਰਿਪਰੈਜ਼ੈਂਟੇਸ਼ਨ ਕਰ ਸਕਦੇ ਨੇ ਔਰ ਡਿਮਾਂਡਸ ਕਰ ਸਕਦੇ ਨੇ। ਸਾਨੂੰ ਦੱਸੋਗੇ ਥੋੜਾ ਉਸ ਪ੍ਰੋਸੈਸ ਬਾਰੇ? ਯਾ ਡੈਫੀਨਿਟਲੀ। ਦੋ ਚੀਜ਼ਾਂ, ਕਿਉਂਕਿ ਮੈਨੂੰ ਪਤਾ ਤੁਹਾਡੇ ਕੋਲ ਟਾਈਮ ਨਹੀਂ ਬਹੁਤਾ ਹੋਣਾ ਜੀ। ਦਿਸ ਇਜ਼ ਵਾਟ we need to do ਜੀ। okay, ਆਪਾਂ ਜੇ if we want a seat at the table, ਅਸੀਂ ਜਿੱਥੇ ਵੀ ਸਿਟੀ ਦੇ ਵਿੱਚ ਬੈਠੇ ਆ ਜੀ, ਸਾਡਾ ਆਪਣਾ ਜਿਹੜਾ ਇਲੈਕਟਡ ਕਾਉਂਸਲਮੈਨ ਹੈ ਨਾ ਜੀ, we have to just call them, ਇੱਕ ਕਾਲ ਕਰਕੇ ਉੱਥੇ ਮੈਸੇਜ ਛੱਡ ਦਿਓ ਕਿ ਮੈਂ ਹਰਜੋਤ ਸਿੰਘ ਬੋਲ ਰਿਹਾ ਜਾਂ ਮੈਂ ਹਰਪ੍ਰੀਤ ਸਿੰਘ ਤੂਰ ਬੋਲ ਰਿਹਾ, ਮੈਂ ਇੱਥੇ ਰਹਿੰਦਾ ਹੈਗਾ ਆ, ਰੀਡਿਸਟ੍ਰਿਕਟਿੰਗ ਹੋ ਰਹੀ ਆ ਔਰ I want our communities say in redistricting ਜੀ। ਉਹਦੇ ਨਾਲ ਕੀ ਹੋਣਾ ਹੈਗਾ ਹੈ, ਜਿਹੜੇ ਜਦ ਅਸੀਂ ਸਬਮਿਟ ਕਰਦੇ ਹਾਂ ਨਾ ਰੀਡਿਸਟ੍ਰਿਕਟਿੰਗ ਕਮਿਸ਼ਨ ਨੂੰ ਆਪਣੀਆਂ ਰਿਕੁਆਇਰਮੈਂਟਸ ਕਿ ਵਾਈ ਵੀ ਵਾਂਟ ਕਮਿਊਨਿਟੀ ਆਫ ਇੰਟਰਸਟ ਟੁਗੇਦਰ, ਜਿਹਦੇ ਵਿੱਚ ਸਾਡੀ ਕਮਿਊਨਿਟੀ ਦੀ ਪਰਸੈਂਟੇਜ ਵਧੇ, ਉਹਦੇ ਨਾਲ ਦੈਨ ਦੇ ਹੈਵ ਟੂ ਪੇ ਦੀ ਅਟੈਂਸ਼ਨ ਦ ਇਲੈਕਟਡ ਸਿਟੀ ਕਾਉਂਸਲ ਜਿਹੜੇ ਹੈਗੇ ਆ ਜੀ। ਜੇ ਅਸੀਂ ਕਮਿਊਨੀਕੇਟ ਹੀ ਨਹੀਂ ਕਰਦੇ, ਜੇ ਡਾਕਟਰ ਨੂੰ ਅਸੀਂ ਇਹੀ ਨਹੀਂ ਜਾ ਕੇ ਦੱਸਦੇ ਵੀ ਸਾਡਾ ਢਿੱਡ ਦੁਖਦਾ ਜੀ, ਡਾਕਟਰ ਨੇ ਤਾਂ ਤੁਹਾਨੂੰ ਆ ਕੇ ਦਵਾਈ ਨਹੀਂ ਨਾ ਦੇਣੀ ਜੀ। ਜੀ, ਜੀ, ਠੀਕ ਹੈ ਜੀ। ਦੂਜੀ ਗੱਲ, ਰੀਡਿਸਟ੍ਰਿਕਟਿੰਗ ਕਮਿਸ਼ਨ ਹੈ ਜਿਹੜਾ, ਉਹਦੀਆਂ ਹੀਅਰਿੰਗਸ ਜਿਹੜੀਆਂ ਹੈਗੀਆਂ ਉਹ ਰੈਪ ਅਪ ਤਕਰੀਬਨ ਹੋ ਚੁੱਕੀਆਂ ਹੈ ਜੀ। ਮੈਨੂੰ ਨਹੀਂ ਪਤਾ ਅੱਜ ਦੀ ਡੇਟ ਦੇ ਵਿੱਚ ਇਫ ਦੇ ਆਰ ਐਕਸੈਪਟਿੰਗ ਐਨੀਥਿੰਗ ਆਨਲਾਈਨ, ਬਟ ਐਨੀਬਾਡੀ ਕੈਨ ਗੋ ਔਨ ਗੂਗਲ ਰੀਡਿਸਟ੍ਰਿਕਟਿੰਗ ਕਮਿਸ਼ਨ ਫਾਰ ਨਿਊਯਾਰਕ ਸਿਟੀ ਕਾਉਂਸਲ। ਸਿਟੀ ਕਾਉਂਸਲ ਦੀ ਖਾਲੀ ਆ ਜਾਣਾ ਹੈ, ਦੈਨ ਯੂ ਕੈਨ ਸਬਮਿਟ ਯੂਰ ਥਾਟਸ ਓਵਰ देयर। ਆਈ ਅੰਡਰਸਟੈਂਡ ਖਾਲੀ ਸਿਟੀ ਕਾਉਂਸਲ ਦੇ ਲਈ ਫਾਈਨਲ ਨਹੀਂ ਹੋਈ, ਜਿਹੜੀ ਸੈਨੇਟ ਦੀ ਹੈ ਔਰ ਅਸੈਂਬਲੀ ਦੀ ਹੈ। ਅਸੈਂਬਲੀ ਦੀ ਦੇयर ਸਮ ਲਿਟੀਗੇਸ਼ਨ ਗੋਇੰਗ ਔਨ, ਬਟ ਕਾਂਗਰਸ ਦੀ ਔਰ ਸੈਨੇਟ ਦੀ ਫਾਈਨਲ ਹੋ ਚੁੱਕੀ ਹੈ। ਅਸੈਂਬਲੀ ਦੀ, ਕਾਂਗਰਸ ਦੀ ਫਾਈਨਲ ਹੋ ਚੁੱਕੀ ਆ, ਸੈਨੇਟ ਆ ਜਿਹੜੀ ਉਹ ਵੀ ਤਕਰੀਬਨ ਹੋ ਗਈ ਆ, ਬਟ ਅਸੈਂਬਲੀ ਆ ਜਿਹੜੀ, the reason I am not mentioning assembly is ਕਿਉਂਕਿ there is nothing which is going to happen in assembly till 2023 ਜੀ। ਸਿਟੀ ਕਾਉਂਸਲ ਦੀ ਇਲੈਕਸ਼ਨ ਹੈ ਜਿਹੜੀ ਉਹ 2023 ਦੇ ਵਿੱਚ ਹੋਣੀ ਔਰ ਨਵੇਂ ਡਿਸਟ੍ਰਿਕਟਸ ਤੇ ਹੋਣੀ ਹੈ। ਠੀਕ ਹੈ। ਅਸੈਂਬਲੀ ਦੀ ਇਲੈਕਸ਼ਨ ਹੈ ਜਿਹੜੀ ਉਹ 2024 ਦੇ ਵਿੱਚ ਹੋਣੀ ਆ, ਉਹਦੇ ਵਾਸਤੇ ਡਿਸਟ੍ਰਿਕਟ ਚੇਂਜ ਹੋਣੇ ਆ ਜੀ। ਉਹ ਜਿਹੜੀ 2024 ਚ ਇਲੈਕਸ਼ਨ ਹੋਣੀ ਉਹਦੇ ਡਿਸਟ੍ਰਿਕਟ 2023 ਚ ਚੇਂਜ ਹੋਣੇ ਆ। ਆਪਾਂ 2022 ਚ ਬੈਠੇ ਆ, 2022 ਦੇ ਵਿੱਚ ਸਿਟੀ ਕਾਉਂਸਲ ਦੇ ਡਿਸਟ੍ਰਿਕਟ ਚੇਂਜ ਹੋ ਰਹੇ। ਆਈ ਨੋ ਇਟਸ ਮਾਈਂਡ ਬੋਗਲਿੰਗ। ਨਹੀਂ, ਇਟਸ ਵੈਰੀ ਇੰਪੋਰਟੈਂਟ, ਇਟਸ ਵੈਰੀ ਇੰਪੋਰਟੈਂਟ। ਮੈਂ ਆਈ ਵਿਸ਼ ਸਾਡੇ ਕੋਲ ਹੋਰ ਸਮਾਂ ਹੁੰਦਾ। Yeah, so we need to concentrate right now on city council, city council, city council. ਤੂਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਅਸੀਂ ਸਾਰੇ ਆਪਣੇ ਵਿਊਅਰਸ ਨੂੰ ਦੱਸੀਏ ਕਿ ਐਜ਼ ਤੂਰ ਸਾਹਿਬ ਸੈਡ 2023 ਵਿੱਚ ਸਿਟੀ ਕਾਉਂਸਲ ਦੀ ਇਲੈਕਸ਼ਨ ਹੋਣੀ ਹੈ। ਸਿਟੀ ਕਾਉਂਸਲ ਜਿਹੜੇ ਸਾਡੇ 5 ਬਰੋਜ਼ ਹੈਗੇ, ਉਹਨਾਂ ਦੀ 51 ਡਿਸਟ੍ਰਿਕਟਸ ਹੁੰਦੀਆਂ ਹਨ, ਉਹਨਾਂ ਦੀ ਕਰਕੇ ਜਿਹੜੀ ਇਲੈਕਸ਼ਨ ਹੋਣੀ ਹੈ, ਜਿਸ ਦੇ ਸਾਡੇ ਕਈ ਕਮਿਊਨਿਟੀ ਮੈਂਬਰ ਜਿਹੜੇ ਨੇ ਉਹ ਸਾਹਮਣੇ ਆ ਕੇ ਪਾਰਟਿਸਿਪੇਟ ਕਰਦੇ ਪਏ ਨੇ, ਉਹਨਾਂ ਦੀ ਇਲੈਕਸ਼ਨ 2023 ਚ ਹੋਣੀ ਹੈ ਔਰ ਉਸ ਦੀ ਜਿਹੜੀ ਰੀਡਿਸਟ੍ਰਿਕਟਿੰਗ ਹੈ ਉਹ ਹਾਲੀ ਚੱਲ ਰਹੀ ਹੈ। ਫਾਰਮਲੀ ਉਹ ਕੋਈ ਹੀਅਰਿੰਗਸ ਹੋਰ ਹੋਣਗੀਆਂ ਕਿ ਨਹੀਂ, ਵੀ ਡੋਂਟ ਨੋ ਐਜ਼ ਤੂਰ ਸਾਹਿਬ ਸੈਡ, ਬਟ ਵੀ ਕੈਨ ਸਟਿਲ ਮੇਕ ਆਰ ਪ੍ਰੈਜੈਂਟੇਸ਼ਨ। ਆਪਾਂ ਉਹਨਾਂ ਨੂੰ ਫੋਨ ਕਰ ਸਕਦੇ ਹਾਂ, ਆਪਣੇ ਕਾਉਂਸਲ ਮੈਂਬਰਸ ਨੂੰ। ਅਸੀਂ ਆਪਣੀ ਜਿਹੜੀ ਡਿਮਾਂਡ ਹੈ ਉਹ ਹਾਲੀ ਵੀ ਰੱਖ ਸਕਦੇ ਹਾਂ ਔਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਉਹ ਡਿਮਾਂਡ ਰੱਖੀਏ, ਕਿਉਂਕਿ ਅਗਰ ਅਸੀਂ ਨਹੀਂ ਰੱਖੀਏ ਤੇ ਜਿਹੜੀ ਡਿਸਟ੍ਰਿਕਟਸ ਹਨ, ਜਿਹੜੀ ਸਾਡੀ ਫੇਵਰੇਬਲ ਡਿਸਟ੍ਰਿਕਟਸ ਹਨ, ਉਹ ਬਣਨੀਆਂ ਨਹੀਂ। ਔਰ ਆਪਾਂ ਜਿੰਨੀ ਵੀ ਕੋਸ਼ਿਸ਼ ਕਰਦੇ ਰਹੀਏ, ਅਸੀਂ ਜਿਹੜੀ ਸਕਸੈਸਿਸ ਦੇਖਣਾ ਚਾਹ ਰਹੇ ਹਾਂ ਉਹ ਸਾਨੂੰ ਇੰਨੀ ਈਜ਼ੀਲੀ, ਇੰਨੀ ਸੌਖੀ ਹਾਲੀ ਫਿਲਹਾਲ ਮਿਲਣੀ ਨਹੀਂ। ਹਰਪ੍ਰੀਤ ਜੀ, ਅੱਜ ਸਾਡੇ ਨਾਲ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਇੰਪੋਰਟੈਂਟ ਤੁਸੀਂ ਗੱਲਾਂ ਦੱਸੀਆਂ। ਆਈ ਹੋਪ ਤੁਸੀਂ ਅੱਗੇ ਵੀ ਇੱਦਾਂ ਹੀ ਆ ਕੇ ਸਾਨੂੰ ਐਜੂਕੇਟ ਕਰਦੇ ਰਹੋਗੇ।
ਇਹ ਸੀ It was an honor to be with you. ਥੈਂਕ ਯੂ ਹਰਪ੍ਰੀਤ ਜੀ। ਇਹ ਸੀ ਸਾਡਾ ਅੱਜ ਦਾ ਸ਼ੋਅ। ਟਿਲ ਨੈਕਸਟ ਟਾਈਮ, ਸਤਿ ਸ਼੍ਰੀ ਅਕਾਲ।